ਅੱਜ ਦੀ ਜਿਹੜੀ ਅਸੈਂਬਲੀ ਦੀ ਕਾਰਵਾਈ ਆ ਉਹ ਤੁਹਾਡੇ ਨਾਲ ਸਾਂਝੀ ਕਰਨਗੇ। ਜਕਾਰਾ ਮਾਝੇ ਵਾਲਾ ਲੱਗੇਗਾ ਤੇ ਉਸੇ ਤਰ੍ਹਾਂ ਹੀ ਜਵਾਬ ਹੋਣਾ ਚਾਹੀਦਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਜਿੰਦਾਬਾਦ। ਬਹੁਤ 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 ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਸਤਿਕਾਰਯੋਗ ਸਮੁੱਚੀ ਲੀਡਰਸ਼ਿਪ, ਪੰਜਾਬ ਦੇ ਕੋਨੇ-ਕੋਨੇ ਤੋਂ ਆਈ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਪਾਰਟੀ ਦਾ ਧੰਨਵਾਦ ਹੈ, ਤੁਸੀਂ ਸਾਰਿਆਂ ਨੇ ਵਧਾਈ ਵੀ ਦਿੱਤੀ, ਤੁਹਾਡਾ ਵੀ ਧੰਨਵਾਦ ਹੈ। ਮੈਨੂੰ ਲੱਗਦਾ ਅੰਦਰ ਵੀ ਕਰਾ ਦਿਓਗੇ ਸ਼ਾਮ ਤੱਕ, ਉਹਦਾ ਵੀ ਧੰਨਵਾਦ ਹੈ, ਕਿਉਂਕਿ ਬਾਦਲ ਸਾਹਿਬ ਕੋਲ ਹਾਜ਼ਰੀ ਉਦੋਂ ਹੀ ਲੱਗਣੀ ਹੈ ਤੇ ਅੱਜ ਤਾਂ ਡਬਲ ਲੱਗ ਜੂਗੀ ਕਿ ਜਨਮ ਦਿਨ ਵੀ ਦੀ ਸੀ ਤੇ ਅੰਦਰ ਵੀ ਕਰਾ ਕੇ ਆਇਆ, ਤੇ ਭਾਈਆ ਵੀ ਤਸੱਲੀ ਬਖਸ਼ ਘਰ ਜਾਊਗਾ ਕਿ ਅੰਦਰ ਦਵਾ ਕੇ ਆਇਆ। ਇਸ ਲਈ ਸਾਰੇ ਰਾਜੀ ਚਾਹੀਦੇ ਆ, ਆਪਾਂ ਤਦੇ ਇੰਨੀ ਦੂਰੋਂ ਇਕੱਠੇ ਹੋਏ ਆ। ਭਰਾਵੋ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈ, ਔਰ ਸਾਰੇ ਪੰਜਾਬ ਦੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਸਾਹਿਬਾਨਾਂ ਨੂੰ ਵਧਾਈ, ਜਿਨ੍ਹਾਂ ਨੇ ਅੱਜ ਮੋਦੀ ਦੇ ਗਵਰਨਰ ਦੀਆਂ ਦੌੜਾਂ ਲਵਾਤੀਆਂ। ਮੈਂ ਗਵਰਨਰ ਸਾਈਕਲ ਚਲਾਉਂਦਾ ਤਾਂ ਵੇਖਿਆ ਸੀ, ਭੱਜਦਾ ਅੱਜ ਪਹਿਲੀ ਵਾਰੀ ਵੇਖਿਆ, ਤੇ ਮਗਰ ਹੀ ਉਹਦੇ ਗਵਰਨਰ ਦੇ ਮੋਦੀ ਦਾ ਦੂਜਾ ਚੇਲਾ ਭੱਜਿਆ ਹੀ ਜਾਂਦਾ, ਰੁੜਿਆ ਹੀ ਜਾਂਦਾ ਸੀ। ਭੱਜਿਆ ਤਾਂ ਜਾਂਦਾ ਨਹੀਂ ਉਹਦੇ ਕੋਲੋਂ, ਰੁੜਦਾ ਹੀ ਜਾਂਦਾ ਸੀ, ਰੁੜਦਾ ਹੀ ਜਾਂਦਾ ਸੀ। ਪਤਾ ਨਾ ਦੂਜਾ ਚੇਲਾ ਕਿਹੜਾ? ਡਿੱਗਦਾ ਢਾਈਂਦਾ ਕਪਤਾਨ ਮਗਰ ਜਾਵੇ। ਮੈਂ ਕਿਹਾ ਕਾਹਦਾ ਕਪਤਾਨ ਹੈ ਭਾਈ? ਵੇਖੋ ਅੱਜ ਕਮਾਲ ਹੋ ਗਈ, ਸਰਕਾਰ ਦੇ 4 ਸਾਲ ਪੂਰੇ ਹੋ ਗਏ, ਅਖੀਰਲਾ ਸਾਲ ਹੈ। ਇਸ ਤੋਂ ਬਾਅਦ ਅਗਲੀ ਸਰਕਾਰ ਨੇ ਬਜਟ ਪੇਸ਼ ਕਰਨਾ ਹੈ, ਤੇ ਕੁੱਲ ਭਾਸ਼ਣ ਕਿੰਨੇ ਮਿੰਟ ਦਾ ਹਿਸਾਬ ਲਾਓਗੇ? ਲਾਓ ਹਿਸਾਬ, ਕਿੰਨੇ ਮਿੰਟ ਗਵਰਨਰ ਬੋਲਿਆ ਹੋਣਾ? 18 ਮਿੰਟ 'ਚ ਕੰਮ ਮੁਕਾਤਾ। ਔਰ ਦੁੱਖ ਦੀ ਗੱਲ ਇਹ ਗੱਲ ਦੀ ਆ, ਜਦੋਂ ਗਵਰਨਰ ਵਿਧਾਨ ਸਭਾ 'ਚ ਅੰਦਰ ਆਏ, ਉਦੋਂ ਸਾਡੇ ਸਾਰੇ ਐਮਐਲਏ ਨੇ ਖੜੇ ਹੋ ਕੇ ਇੱਕ ਗੱਲ ਕਹੀ ਕਿ ਗਵਰਨਰ ਗੋ ਬੈਕ, ਮੁੜ ਜਾ ਇੱਥੋਂ ਪਿੱਛੇ। ਜਿਹੜਾ ਸਾਡੀ ਕਿਸਾਨੀ ਦੀ ਤੋਹੀਨ ਕਰਦਾ ਹੋਵੇ, ਜਿਹਨੇ ਕਿਸਾਨਾਂ ਨੂੰ ਅਪਮਾਨਿਤ ਕੀਤਾ ਹੋਵੇ, ਜਿਨ੍ਹਾਂ ਨੇ ਪੰਜਾਬ ਦੀ ਵਿਧਾਨ ਸਭਾ ਦੀ ਸੋਚ ਨੂੰ ਅਪਮਾਨਿਤ ਕੀਤਾ ਗਿਆ ਹੋਵੇ, ਉਹ ਜੇ ਗੱਦਾਰ ਨੂੰ ਅਸੀਂ ਇਸ ਪੰਜਾਬ ਦੀ ਵਿਧਾਨ ਸਭਾ 'ਚ ਨਹੀਂ ਬੋਲਣ ਦੇਵਾਂਗੇ। ਜਿਨ੍ਹਾਂ ਨੇ ਕਿਸਾਨੀ ਨਾਲ ਗੱਦਾਰੀ ਕੀਤੀ ਹੋਵੇ, ਉਹ ਅੱਜ ਪੰਜਾਬ ਦੇ ਵਿਧਾਨ ਸਭਾ 'ਚ ਨਹੀਂ ਬੋਲ ਸਕਦਾ। ਔਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਕੈਪਟਨ ਸਾਹਿਬ, ਅਸੀਂ ਸਾਰਿਆਂ ਨੇ, ਭਾਵੇਂ ਸਾਡੇ 100 ਮਤਭੇਦ ਨੇ ਤੁਹਾਡੇ ਨਾਲ, ਮਗਰ ਜਦੋਂ ਕਿਸਾਨੀ ਦੀ ਗੱਲ ਸੀ 115 ਇਕੱਠੇ ਹੋ ਕੇ ਤੁਹਾਡੇ ਨਾਲ ਗਏ ਸੀ ਗਵਰਨਰ ਕੋਲ। ਅੱਜ ਮੌਕਾ ਸੀ, ਅੱਜ ਟੈਸਟ ਸੀ, ਅੱਜ ਪਰਖ ਦੀ ਘੜੀ ਸੀ ਕਿ ਜਦੋਂ ਇਹ ਜਾਂ ਗਵਰਨਰ ਜਿਹੜਾ ਸਾਡੀਆਂ ਭਾਵਨਾਵਾਂ ਦਿੱਲੀ ਨਹੀਂ ਪਹੁੰਚਾ ਸਕਦਾ, ਕਿਸਾਨਾਂ ਦੇ ਹੱਕ ਦੇ ਉਹ ਬਿੱਲ ਨਹੀਂ ਪਾਸ ਕਰ ਸਕਦਾ, ਤੇ ਫਿਰ ਸਾਡਾ ਇਹ ਜੇ ਗਵਰਨਰ ਦੇ ਮੂੰਹ ਲੱਗਣਾ ਵੀ ਮੈਂ ਸਮਝਦਾ ਸੀ ਪਾਪ ਸੀ। ਮਗਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇੱਕ ਵੀ ਕਾਂਗਰਸੀ ਦੀ ਹਿੰਮਤ ਇੰਨੀ ਜਾਨ ਨਹੀਂ ਸੀ ਉਹਦੀ ਲੱਤਾਂ 'ਚ ਕਿ ਉੱਠ ਕੇ ਇਸ ਗਵਰਨਰ ਨੂੰ ਉਸ ਕਿਸਾਨੀ ਮੁੱਦੇ ਤੇ ਸਵਾਲ ਕਰ ਸਕਣ। ਔਰ ਮੇਰੇ ਵੀਰੋ, ਹੈਰਾਨਗੀ ਦੀ ਗੱਲ ਆ, ਮੈਂ ਭਾਸ਼ਣ ਹੀ ਲੈ ਕੇ ਆਇਆ, ਹਰ ਜਗ੍ਹਾ ਗਵਰਨਰ ਕੀ ਕਹਿ ਰਿਹਾ? ਮੇਰੀ ਸਰਕਾਰ। ਕਿਹਨੂੰ ਕਹਿ ਰਿਹਾ? ਮੇਰੇ ਕਿਹੜੇ? ਕਿਹਨੂੰ ਦੱਸ ਰਿਹਾ? ਮੇਰੇ ਕਪਤਾਨ ਨੂੰ। ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਰਲ ਕੇ ਖੇਡਦੇ ਹੋ, ਫਿਕਸਡ ਮੈਚ ਖੇਡਦੇ ਹੋ, ਪੰਜਾਬ ਨੂੰ ਡਬੋਣ ਵਾਸਤੇ ਮੋਦੀ ਦੇ ਇਸ਼ਾਰੇ ਤੇ ਖੇਡਦੇ ਹੋ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਮਗਰ ਅੱਜ ਉਹਦੀਆਂ ਦੌੜਾਂ ਜਦ ਲੱਗੀਆਂ ਨੇ, ਮੈਂ ਸਮਝਦਾ ਕਿ ਸਾਡਾ ਵੀ ਇੱਕ ਛੋਟਾ ਜਿਹਾ ਯੋਗਦਾਨ, ਕਿ ਜਿਨ੍ਹਾਂ ਲੋਕਾਂ ਨੇ, ਜਿਨ੍ਹਾਂ ਸਰਕਾਰਾਂ ਨੇ ਸਾਡੇ ਕਿਸਾਨਾਂ ਨੂੰ ਪੰਜਾਬ ਦੇ ਬਾਰਡਰਾਂ ਤੇ ਅਪਮਾਨਿਤ ਕੀਤਾ, ਉਹਨਾਂ ਨੂੰ ਮਜਬੂਰ ਕੀਤਾ, ਉਹਨਾਂ ਪਿੱਛੇ ਪੁਲਿਸ ਲਾਈ ਆ ਜਾਂ ਉਹਨਾਂ ਨੂੰ ਦੇਸ਼ ਦਰੋਹ ਦੇ ਮਾਮਲੇ 'ਚ ਅੰਦਰ ਦਿੱਤਾ,
ਉਹਨਾਂ ਸਰਕਾਰ ਦੇ ਨੁਮਾਇੰਦਿਆਂ ਦੀ ਅੱਜ ਪੰਜਾਬ ਦੀ ਵਿਧਾਨ ਸਭਾ 'ਚ ਵੀ ਸ਼ੂਟਾਂ ਵੱਜਦੀਆਂ ਵੇਖੀਆਂ ਨੇ। ਮੇਰੇ ਵੀਰੋ, ਗੱਲਾਂ ਸੁਖਬੀਰ ਜੀ ਕਰਨਗੇ, ਮਗਰ ਵੇਖੋ ਕਿੱਡੇ ਇਹ ਪੰਜਾਬ ਦੇ ਲੋਕ ਭੋਲੇ ਭਾਲੇ ਤਾਂ ਜ਼ਰੂਰ ਨੇ, ਬਟ ਮੂਰਖ ਨਹੀਂ ਹੈ। ਅੱਜ ਜਾਖੜ ਨੇ ਪਹਿਲੀ ਵਾਰੀ ਹੋਇਆ, ਰੂਲਿੰਗ ਪਾਰਟੀ ਕਾਂਗਰਸ ਪਾਰਟੀ, ਜਾਖੜ ਪ੍ਰਧਾਨ ਕਾਂਗਰਸ ਪਾਰਟੀ ਦਾ, ਇੱਕ ਪਾਸੇ ਗਵਰਨਰ ਨੂੰ ਬੁਲਾਇਆ, ਰੈੱਡ ਕਾਰਪਟ ਲਾਇਆ ਕਿ ਆ ਭਾਈ ਆਪਣੀ ਸਰਕਾਰ ਦੀਆਂ ਗੱਲਾਂ ਦੱਸ, ਤੇ ਦੂਜੇ ਪਾਸੇ ਕਹਿੰਦੇ ਅਸੀਂ ਉਹਦਾ ਗਵਰਨਰ ਦਾ ਘਰਾਓ ਕਰਨਾ। ਫਿਰ ਉਹਨੂੰ ਸੱਦਿਆ ਕਾਹਦੇ ਲਈ? ਆ ਤਾਂ ਬੱਲੇ ਸ਼ੇਰਾ, ਪਤਾ ਨਹੀਂ ਕੱਲ ਆਪਣੀ ਵਾਰੀ ਆਉਣੀ ਹੈ ਵਿਧਾਨ ਸਭਾ, ਤਾਂ ਸ਼ਾਇਦ ਕੱਲ ਤੋਂ ਛੁੱਟੀ ਕਰ ਦੇਣੀ। ਰੈੱਡ ਕਾਰਪਟ ਉਹ ਪੱਟ ਕੇ ਮਾਰਿਆ, ਵੈਸੇ ਪੱਟਿਆ ਸੀ ਤਾਂ ਨਹੀਂ, ਨਿਕਲ ਹੀ ਆਉਂਦਾ ਸੀ ਜਦੋਂ ਅਸੀਂ ਤੁਰਦੇ ਸੀ। ਪਤਾ ਨਹੀਂ ਕਿਹੋ ਜਿਹਾ ਕਾਰਪਟ ਵੀ ਉਸ ਗਵਰਨਰ ਨੂੰ ਉਹਦੇ ਉੱਤੇ ਤੋੜ ਕੇ ਰਾਜੀ ਨਹੀਂ ਸੀ। ਉਹਦਾ ਵੀ ਦਰਦ ਪੰਜਾਬ ਵਾਸਤੇ ਸੀ। ਮਗਰ ਮੇਰੇ ਵੀਰੋ, ਅੱਜ ਅਸਲੀਅਤ ਦੀ ਗੱਲ ਕੀ ਹੈ ਕਿ ਲੋਕਾਂ ਨੂੰ ਮੂਰਖ ਬਣਾਉਂਦੇ ਕਾਹਦਾ? ਕਹਿੰਦੇ ਜੀ ਅਸੀਂ ਕਾਹਦਾ ਧਰਨਾ ਦੇ ਰਹੇ ਆ? ਤੇਲ ਦੀਆਂ ਕੀਮਤਾਂ ਦਾ। ਜਾਓ ਜਾਖੜ ਸਾਹਿਬ, ਜੇ ਧਰਨਾ ਦੇਣਾ ਤੇ ਆ ਸਾਰੇ ਚੱਲਣਗੇ ਤੇਰੇ ਨਾਲ, ਅਸੀਂ ਚੱਲਾਂਗੇ ਤੇਰੇ ਨਾਲ, ਮਗਰ ਧਰਨਾ ਪਹਿਲਾਂ ਤਾਂ ਦਈਏ ਖਜ਼ਾਨਾ ਮੰਤਰੀ ਦੇ ਘਰ ਦੇ ਬਾਹਰ, ਜਿਹਨੇ 1 ਲੀਟਰ ਪੈਟਰੋਲ ਪਿੱਛੇ 20-20, 25-25 ਰੁਪਏ ਇਹਨਾਂ ਤੇ ਵੈਟ ਲਾ ਕੇ ਵਸੂਲੇ ਆ। ਡੀਜ਼ਲ ਪਿੱਛੇ 15-15 ਰੁਪਏ ਵੈਟ ਲਾ ਕੇ ਪੰਜਾਬੀਆਂ ਤੋਂ ਵਸੂਲਿਆ। ਸਭ ਤੋਂ ਮਹਿੰਗਾ ਡੀਜ਼ਲ ਪੈਟਰੋਲ, ਜੇ ਸਭ ਤੋਂ ਵੱਧ ਕੋਈ ਵੈਟ ਟੈਕਸ ਕੋਈ ਸੂਬੇ ਦੀ ਸਰਕਾਰ ਲਾਉਂਦੀ ਆ ਤੇ ਆ ਖਜ਼ਾਨਾ ਮੰਤਰੀ ਸਾਹਿਬ ਮਨਪ੍ਰੀਤ ਸਿੰਘ ਬਾਦਲ ਕੈਪਟਨ ਦੇ ਇਸ਼ਾਰੇ ਤੇ ਲਾਉਂਦਾ, ਤੇ ਤੁਸੀਂ ਧਰਨਾ ਮਾਰਦੇ ਲੋਕਾਂ ਨੂੰ ਮੂਰਖ ਸਮਝਦੇ ਹੋ। ਠੀਕ ਆ ਕਿ ਰੇਟ ਦਿੱਲੀ ਦੀ ਸਰਕਾਰ ਮੁਕਰਰ ਕਰਦੀ ਹੈ, ਇੱਕ ਟੈਕਸ ਦਿੱਲੀ ਦਾ, ਪਹਿਲਾਂ ਪੰਜਾਬ ਦਾ ਮਾਫ ਕਰੋ, ਫਿਰ ਜਾ ਕੇ ਦਿੱਲੀ ਨੂੰ ਘੇਰਾਂਗੇ, ਸਾਰੇ ਨਾਲ ਚੱਲਾਂਗੇ, ਮਗਰ ਲੋਕਾਂ ਨੂੰ ਮੂਰਖ ਨਹੀਂ ਬਣਾਉਣ ਦੇਵਾਂਗੇ। ਮੇਰੇ ਵੀਰੋ, ਦੂਜੀ ਗੱਲ, ਮੈਂ ਇੱਕ ਗੱਲ ਦੀ ਅੱਜ ਸ਼ਲਾਘਾ ਵੀ ਕਰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਕਿ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਉੱਥੇ ਲੰਗਰ ਦੀ ਸੇਵਾ, ਔਰ ਫਿਰ ਜਦ ਉਹਨਾਂ ਨੂੰ ਦੇਸ਼ ਦਰੋਹੀ, ਦੱਸੋ ਪੰਜਾਬੀ ਕਦੇ ਦੇਸ਼ ਦਰੋਹੀ ਹੋ ਸਕਦਾ? ਪੰਜਾਬੀ ਮਰ ਜੂ ਮਿਟ ਜੂ, ਮਗਰ ਕਦੇ ਦੇਸ਼ ਦਰੋਹੀ ਨਹੀਂ ਹੋ ਸਕਦਾ। ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਆ, ਕਦੇ ਗਿਣੋ ਨਾ ਉਹਦੇ ਮਰੀਦ ਕਿੰਨੇ, ਬੰਦੇ ਗਿਣੋ ਨਾ, ਸਗੋਂ ਇਹ ਕਰੋ ਗਿਣਤੀ ਉਸ ਕੌਮ ਵਿੱਚ ਹੋਏ ਸ਼ਹੀਦ ਕਿੰਨੇ। 80% ਸ਼ਹਾਦਤ ਦੇਣ ਵਾਲੇ, 90% ਤੋਂ ਵੱਧ ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ, ਉਹਨਾਂ ਨੂੰ ਇਹ ਦੇਸ਼ ਦਰੋਹੀ ਦੱਸਦੇ। ਮੇਰੇ ਵੀਰੋ, ਮੋਦੀ ਸਾਹਿਬ ਤੇ ਉਹਨਾਂ ਦੀ ਜੁੰਡਲੀ ਤਾਂ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਹੀ ਲਾਉਂਦੀ ਆ, ਤੇ ਹਿੱਕ ਤੇ ਜੇ ਗੋਰੀਆਂ ਕਿਸੇ ਨੇ ਜਰੀਆਂ ਨੇ ਤਾਂ ਥੋੜੇ ਵੱਡ ਵਡੇਰਿਆਂ ਨੇ ਜਰੀਆਂ ਨੇ, ਇਸ ਲਈ ਇਹਨਾਂ ਤੋਂ ਸਰਟੀਫਿਕੇਟ ਦੀ ਲੋੜ ਨਹੀਂ। ਮਗਰ ਜੋ ਟਕੈਤ ਸਾਹਿਬ ਨੂੰ ਜਦੋਂ ਔਖੀ ਘੜੀ ਆਈ, ਮੈਂ ਸੁਖਬੀਰ ਜੀ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਦੋਂ ਜੇ ਟਕੈਤ ਪੰਜਾਬੀਆਂ ਲਈ ਆ ਖਲੋਤਾ, ਜਦੋਂ ਟਕੈਤ ਸਾਹਿਬ ਨੂੰ ਲੋੜ ਪਈ, ਤੁਸੀਂ ਵੀ ਜਾ ਕੇ ਉੱਥੇ ਲੱਤ ਗੱਡਣ ਦਾ ਕੰਮ ਕੀਤਾ। ਉਹਨੂੰ ਸ਼੍ਰੀ ਹਰਮੰਦਰ ਸਾਹਿਬ ਤੋਂ, ਸਰੋਵਰ ਤੋਂ ਜਲ ਲਿਆ ਕੇ ਦਿੱਤਾ, ਇੱਕ ਗੱਲ ਦਾ ਪ੍ਰਤੀਕ ਦਿੱਤਾ ਕਿ ਜਿੱਥੇ ਜਿੱਥੇ ਧੱਕਾ ਹੋਊਗਾ, ਸ਼੍ਰੋਮਣੀ ਅਕਾਲੀ ਦਲ ਉੱਥੇ ਅੱਗੇ ਖਲੋਤਾ ਹੋਊਗਾ। ਇਸ ਲਈ ਮੈਨੂੰ ਪਤਾ ਚੀਮਾ ਸਾਹਿਬ ਮਗਰ ਆ ਗਏ, ਮੇਰੀ ਤਾਂ ਗੱਡੀ ਹੌਲੀ ਹੌਲੀ ਗਰਮ ਹੁੰਦੀ ਆ, ਮਗਰ ਮੈਂ ਕੰਮ ਹੀ ਮੁਕਾ ਦਿੰਦਾ। ਸਾਡਾ ਤਾਂ ਕੰਮ ਆ ਲੱਲੂ ਕਰੇ ਕਵੱਲੀਆਂ, ਰੱਬ ਸਿੱਧੀਆਂ ਪਾਵੇ। ਰੱਬ ਆਪੇ ਸਾਡੀ ਕਿੱਲੀ ਨੱਪ ਕੇ ਰੱਖਦਾ। ਮੈਂ ਵਧਾਈ ਦੇਣਾ ਚਾਹੁੰਦਾ, ਇੱਥੇ ਜਨਾਲਾ ਸਾਹਿਬ ਬੈਠੇ ਆ, ਕਿੱਥੇ ਹੈ ਵੀ ਕਿਹੜਾ ਨਿੱਕਾ ਜਿਹਾ, ਆ ਜਾ ਭਾਊ ਅੱਗੇ ਆ ਜਾ। ਇਹ ਵਿਗੜ ਜਾਂਦਾ, ਮਗਰ ਜਦੋਂ ਠੀਕ ਹੁੰਦਾ ਤੇ ਠੀਕ ਬੜਾ ਹੁੰਦਾ। ਇਹਨੂੰ ਵਧਾਈ ਆ ਕਿ ਅਜਨਾਲੇ ਚੋਂ ਬਹੁਮਤ ਲੈ ਕੇ ਆਇਆ, ਮੇਰਾ ਵੀਰ ਲੜ ਕੇ ਆਇਆ ਸਰਕਾਰ ਦੇ ਤਸ਼ੱਦਦ ਦੇ ਖਿਲਾਫ। ਮੈਂ ਇਸ ਵੀਰ ਨੂੰ ਵਧਾਈ ਦਿੰਦਾ। ਇਕਬਾਲ ਸਿੰਘ ਮਾਲ ਸਾਹਿਬ ਨੂੰ ਕਾਦੀਆਂ ਚੋਂ ਜਿਹਨੇ ਬਾਜਵੇ ਦੇ ਤਸ਼ੱਦਦ ਲੜਿਆ, ਅੱਜ ਉਹ ਵੀ ਜਿੱਤ ਕੇ ਆਇਆ, ਇਹ ਵੀ ਬਹੁਮਤ ਲੈ ਕੇ ਆਇਆ। ਇਸੇ ਤਰ੍ਹਾਂ ਸ਼੍ਰੀ ਹਰਗੋਬਿੰਦਪੁਰ ਤੇ ਕਾਂਗਰਸ ਨੂੰ ਮਾਤ ਦੇ ਕੇ ਆਏ ਆ, ਮਜੀਠਾ ਜਿੱਤੇ ਆ। ਮੇਰੇ ਵੀਰੋ, ਮਾਝੇ ਚ 67 ਸੀਟਾਂ ਚੋਂ 39 ਕਾਂਗਰਸ ਜਿੱਤਦੀ ਹੈ ਤੇ 26
ਸ਼੍ਰੋਮਣੀ ਅਕਾਲੀ ਦਲ ਜਿੱਤੀ ਆ। ਮੇਰੇ ਵੀਰੋ, ਮੈਂ ਇਸ ਗੱਲ ਦੀ ਵਧਾਈ ਤੁਹਾਨੂੰ ਤਾਂ ਦਿੰਦਾ ਕਿ ਜਰਨੈਲਾਂ ਵਾਂਗੂ ਲੜੇ ਹੋ। ਆ ਬੈਠੇ ਇੱਥੇ ਆ ਸਾਡੇ ਸਤਿਕਾਰਯੋਗ ਵਿਰਸਾ ਸਿੰਘ ਜੀ ਬਲਟੋਆ ਸਾਹਿਬ, ਇਹਨਾਂ ਦੇ ਕੈਂਡੀਡੇਟਾਂ ਤੇ 13 ਸੀ ਕਿ 15 13 ਦੀਆਂ 13 ਤੇ 307 ਲਾਤੀ। ਜਿੰਨਾ ਚਿਰ ਪ੍ਰਚਾਰ ਚੱਲਿਆ ਵਿਚਾਰੇ ਜ਼ਮਾਨਤਾਂ ਕਰਾਉਣ ਤੇ ਰਹੇ ਆ। ਜਿਸ ਦਿਨ ਪ੍ਰਚਾਰ ਮੁੱਕਿਆ ਉਸ ਦਿਨ ਜ਼ਮਾਨਤ ਆਈ 11 ਤਰੀਕ ਨੂੰ। ਤਗੜੇ ਹੋ ਕੇ ਲੜੇ, ਭਾਵੇਂ ਕੈਂਡੀਡੇਟ 2 ਜਿੱਤੇ, ਮਗਰ ਕਾਂਗਰਸ ਪਾਰਟੀ ਨਾਲ ਹਾਰ ਜਿੱਤ ਦਾ ਫਰਕ ਕੇਵਲ ਤੇ ਕੇਵਲ 700 ਵੋਟਾਂ ਦਾ, ਜਦੋਂ 15,000 ਦੇ ਨੇੜੇ ਵੋਟ ਪਈ ਹੋਵੇ। ਇਸ ਲਈ ਮੇਰੇ ਵੀਰੋ, ਮੈਂ ਅੱਗੇ ਵਧਾਈ ਦੇ ਰਿਹਾ ਸੀ। ਇੱਕ ਉਹ ਤੁਸੀਂ ਵੀਡੀਓ ਵੇਖਿਓ ਨਹੀਂ, ਮੈਂ ਵੀਡੀਓ ਦੀ ਗੱਲ ਕਰਕੇ ਬਹਿ ਜਾਣਾ। ਕਾਂਗਰਸ ਕਹਿੰਦੀ ਅਸੀਂ ਜਿੱਤ ਗਏ। ਇੱਕ ਵੀਡੀਓ ਵੇਖਦੇ ਉਹਨੇ ਗਿਆ ਚਾਚਾ ਵੋਟ ਪਾਉਣ, ਤੇ ਚਾਚਾ ਜਾ ਕੇ ਪੁੱਛਦਾ, ਤੂੰ ਚਾਚੇ ਨੂੰ ਪੁੱਛਦਾ, ਚਾਚੀ ਤਾਂ ਪਹਿਲਾਂ ਆ ਗਈ, ਤੂੰ ਮਗਰੋਂ ਆਇਆ? ਕਹਿੰਦਾ ਚਾਚੀ ਆਈ ਸੀ? ਕਹਿੰਦਾ ਹਾਂ ਆਈ ਸੀ। ਅੱਛਾ, ਕਹਿੰਦਾ ਵੋਟ ਪਾ ਗਈ? ਕਹਿੰਦਾ ਹਾਂ ਚਾਚੀ, ਉਹ ਚਾਚੀ ਤਾਂ ਵੋਟ ਪਾ ਗਈ। ਫਿਰ ਉਹ ਬੰਦਾ ਜਿਹੜਾ ਪੋਲਿੰਗ ਏਜੰਟ ਸੀ ਉਹਨੂੰ ਪੁੱਛਦਾ ਕਿ ਚਾਚਾ ਤੂੰ ਤੇ ਚਾਚੀ ਇਕੱਠੇ ਨਹੀਂ ਰਹਿੰਦੇ? ਉਹ ਕਹਿੰਦਾ ਸਹੁਰਿਆ ਇਕੱਠੇ ਤਾਂ ਰਹਿੰਦੇ ਆ, ਮਗਰ ਉਹਨੂੰ ਤਾਂ ਗਿਆ ਹੀ ਉੱਤੇ ਗਿਆ, ਉਹਨੂੰ 3 ਸਾਲ ਹੋ ਗਏ, ਉਹ ਕਦੋਂ ਵੋਟ ਪਾ ਜਾਂਦੀ ਆ, ਮੈਨੂੰ ਮਿਲ ਕੇ ਜਾਂਦੀ ਨਹੀਂ। ਹਾਲ ਤਾਂ ਇਹੀ ਹੋਇਆ। ਉਹ ਜੇ ਕਈ ਜਿਹੜੇ ਵਿਚਾਰਿਆਂ ਨੂੰ ਗਿਆ ਨੂੰ ਲੱਖ ਸਾਲ ਹੋ ਗਿਆ, 2 ਸਾਲ ਹੋ ਗਿਆ, ਆ ਜਾਖੜ ਵਰਗਿਆਂ ਨੇ ਬੋਰ 'ਚ ਉਹਨਾਂ ਦੀਆਂ ਵੋਟਾਂ ਵੀ ਪਵਾਤੀਆਂ। ਤੇ ਫਿਰ ਜਿੱਤਣਾ ਹੀ ਸੀ ਤੁਸੀਂ। ਜਦੋਂ ਇਹ ਜਿਹਾ ਕੰਮ ਹੋਣ ਲੱਗ ਜਾਏ ਤੇ ਕਾਹਦਾ ਲੋਕਤੰਤਰ ਰਹਿ ਗਿਆ? ਮਗਰ ਮੇਰੇ ਵੀਰੋ, ਜਦੋਂ ਅਸੈਂਬਲੀ ਦੀਆਂ ਚੋਣਾਂ ਆਉਣਗੀਆਂ, ਠੱਕ ਠੱਕ ਵੋਟਾਂ ਪੈਣਗੀਆਂ, ਤੇ ਵੋਟਾਂ ਕਿਹਨੂੰ ਪੈਣਗੀਆਂ? ਤਕੜੀ ਨੂੰ। ਔਰ ਮੈਂ ਇਸ ਗੱਲ ਦੀ ਵੀ ਧੰਨਵਾਦ ਕਰਦਾ ਭੈਣ ਜੀ ਹਰਸਿਮਰਤ ਕੌਰ ਬਾਦਲ ਜੀ ਦਾ, ਜਿਨ੍ਹਾਂ ਨੇ ਪਾਰਲੀਮੈਂਟ 'ਚ ਇਹੋ ਜਿਹੀਆਂ ਗੂੰਜਾਂ ਪਾਈਆਂ ਕਿ ਮੈਨੂੰ ਪਤਾ ਭਾਜਪਾ ਵਾਲਿਆਂ ਦੀ ਚੀਕਾਂ ਨਿਕਲਦੀਆਂ ਸੀ। ਅੱਜ ਚੁੱਪ ਕਰਾ ਲਿਓ ਭੈਣ ਨੂੰ, ਇਹ ਕਿਉਂ ਬੋਲਦੀ ਆ? ਉਹ ਗੱਲਾਂ ਕੀਤੀਆਂ ਜਿਹੜੀ ਭਾਜਪਾ ਸੁਣ ਕੇ ਰਾਜੀ ਨਹੀਂ ਸੀ। ਉਹ ਸੱਚ ਦੱਸੇ ਜਿਹੜੀ ਕਾਂਗਰਸ ਸੁਣ ਕੇ ਰਾਜੀ ਨਹੀਂ ਸੀ। ਇਸ ਲਈ ਫਿਕਸਡ ਮੈਚ, ਕੈਪਟਨ ਵੀ ਮੋਦੀ ਦਾ ਤੇ ਗਵਰਨਰ ਵੀ ਮੋਦੀ ਦਾ। ਆ ਦੱਸ ਕੀ ਗਏ ਆ। ਜਿਹੜਾ ਸੌਂ ਖਾ ਕੇ ਮੁੱਕਰ ਗਿਆ, ਉਹ ਗੀਤ ਤਾਂ ਸੁਣਿਆ ਨਾ, ਸੌਂ ਖਾ ਕੇ ਮੁੱਕਰ ਗਿਆ ਹੁਣ ਨਹੀਂ ਰਾਜਿਆ ਬਸ ਤੇਰੇ। ਜਿਹੜਾ ਰੱਬ ਦਾ ਨਾ ਬਣਿਆ ਹੋਇਆ, ਜਿਹੜਾ ਘਰ ਦੀ ਨੂੰ ਨਾ ਲੱਭੇ, ਉਹਨੇ ਤੁਹਾਨੂੰ ਕਿੱਥੋਂ ਲੱਭ ਪੈਣਾ। ਇਸ ਲਈ ਮੇਰੇ ਵੀਰੋ, ਬਾਜੋ ਸਵਾਰੀ ਆਪਣੇ ਸਮਾਨ ਲਈ ਆਪ ਜ਼ਿੰਮੇਵਾਰ ਹੈ। ਇੱਕ ਵਾਅਦਾ ਨਹੀਂ ਪੂਰਾ ਕੀਤਾ, ਨਾ ਕਿਸਾਨ ਖੁਦਕੁਸ਼ੀ ਦਾ, ਨਾ ਕਿਸਾਨਾਂ ਨਾਲ, ਨਾ ਮੁਲਾਜ਼ਮ ਨਾਲ, ਨਾ ਨੌਜਵਾਨਾਂ ਨਾਲ, ਨਾ ਦਲਿਤ ਭਰਾਵਾਂ ਨਾਲ, ਹਰੇਕ ਨਾਲ ਧੋਖਾ ਕੀਤਾ। ਤੇ ਇਸ ਸਰਕਾਰ 'ਚ ਮੈਂ ਸਮਝਦਾ ਕਿ ਸ਼ਾਇਦ ਕਦੇ ਡੀਜੀਪੀ ਦਿਨਕਰ ਗੁਪਤਾ ਜੀ ਨੂੰ ਤੇ ਵਿਨੀ ਮਹਾਜਨ ਜੀ ਨੂੰ ਵੀ ਲੋਕ ਮਾਫ ਨਹੀਂ ਕਰਨਗੇ ਕਿ ਜਦੋਂ ਸੱਚ ਦੀ ਇਨਕੁਆਇਰੀ ਕਰਨੀ ਹੁੰਦੀ ਸੀ, ਉਦੋਂ ਪਤਾ ਨਹੀਂ ਕਿਹੜੀ ਕਿਉਂ ਕਰਨ ਦੀ ਨੀਂਦ 'ਚ ਸੌਂ ਜਾਂਦੇ ਸੀ। ਮੇਰੇ ਵੀਰੋ, ਹਾਲਾਤ ਵੇਖੋ ਕੀ ਹੋਇਆ। ਆ ਜੇਲ੍ਹਾਂ 'ਚ ਕਿਹੜਾ ਬਿਠਾਇਆ ਇਹਨਾਂ ਨੇ? ਮੁਖਤਿਆਰ ਅੰਸਾਰੀ ਵਰਗੇ, ਜੱਗੂ ਭਗਵਾਨਪੁਰੀਏ ਵਰਗੇ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਅਗਲੀ ਇਲੈਕਸ਼ਨ ਕਿੱਥੇ ਇਹਨਾਂ ਨੇ ਸੀਐਮ ਕੈਂਡੀਡੇਟ ਬਣਾਉਣਾ ਜਿਹੜਾ ਇੱਥੇ ਬਿਠਾਇਆ ਇਹਨਾਂ ਨੂੰ। ਕੀ ਸਮਝਦੇ ਹੋ ਕਿ ਇਹਨਾਂ ਦੇ ਬਲ ਤੇ ਤੁਸੀਂ ਇਲੈਕਸ਼ਨ ਜਿੱਤ ਜਾਓਗੇ? 50 ਲੱਖ ਰੁਪਏ ਦਾ ਇੱਕ ਵਕੀਲ ਕਰਕੇ ਸੁਪਰੀਮ ਕੋਰਟ ਤੇ ਕੇਸ ਲੜਾਤਾ ਅੰਸਾਰੀ ਦਾ। ਤੇ ਉਹ ਤਾਂ ਗੁਨਾਹ ਕੀ ਸੀ? 50 ਗਜ ਦੀ ਇੱਥੇ ਦੁਕਾਨ ਤੇ ਕਬਜ਼ਾ ਦਿਖਾਇਆ ਉਹਦੇ, ਉੱਥੇ 100 ਕੇਸ ਦਰਜ ਹੈ। ਉਹ ਯੂਪੀ ਦੀ ਸਰਕਾਰ ਮੰਗਦੀ ਹੈ। ਅੱਜ ਸ਼ਰੇਆਮ ਦਿਨ ਦਿਹਾੜੇ, ਚਾਹੇ ਗੁਰਲਾਲ ਪਹਿਲਵਾਨ ਕਾਂਗਰਸੀ ਹੈ, ਦਿਨ ਦਿਹਾੜੇ ਉੱਤੇ ਅਟੈਕ, ਦਿਨ ਦਿਹਾੜੇ ਸਾਡੇ ਐਮਐਲਏ ਸਾਹਿਬਾਨਾਂ ਤੇ ਅਟੈਕ, ਮਨਜੀਤ ਮੰਨਾ ਜੀ ਆਇਆ ਇਹਨਾਂ ਤੇ ਅਟੈਕ। ਜੇ ਸਮਝਦੇ ਆ ਕਿ ਸਾਨੂੰ ਗੋਲੀਆਂ ਮਾਰ ਕੇ ਜਾਂ ਸਾਡੇ ਤੇ ਅਟੈਕ ਕਰਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵੀਰ ਪਿੱਛੇ ਹਟ ਜਾਣਗੇ, ਇਹ ਪਿੱਛੇ ਹਟਣ ਵਾਲੇ ਨਹੀਂ, ਇਹ ਵੱਧ ਚੜ ਕੇ ਲੜਨਗੇ ਤੇ ਪੰਜਾਬ ਨੂੰ ਬਚਾਉਣ ਲਈ ਹਰ ਯੋਗਦਾਨ ਦੇਣਗੇ। ਮੈਂ ਫੇਰ ਆਪਣੇ ਸਾਰੇ ਐਮਐਲਏ ਸਾਹਿਬਾਨਾਂ ਦਾ, ਭਾਵੇਂ ਗਿਣਤੀ ਤਾਂ ਘੱਟ ਹੈ, ਮਗਰ ਭਾਜੜਾ ਜਿਹੜੀ ਪਵਾ ਕੇ ਆਏ ਆ, ਇਹ ਵੀ ਇਤਿਹਾਸ ਦੇ ਪੰਨਿਆਂ 'ਚ ਦਰਜ ਹੋਊਗਾ। ਗਵਰਨਰ ਨੇ ਵੀ ਭਾਸ਼ਣ ਦੇਣ ਤੋਂ ਭੱਜ ਹੀ ਗਿਆ ਕਿ ਇਹ 'ਚ ਹੈ ਕੁਛ ਨਹੀਂ, ਮੈਨੂੰ ਅੱਗੇ ਬੜੀ ਕੁੱਟ ਪੈਂਦੀ ਹੈ, ਹੋਰ ਨਾ ਪੈ ਜੇ। ਉਹ ਵਿਚਾਰਾ ਕਦੇ ਐਂ ਦੀ ਭੱਜਦਾ ਸੀ, ਕਦੇ ਉਹ ਦੀ ਭੱਜਦਾ ਸੀ, ਉਹਨੂੰ ਤਾਂ ਕਪਤਾਨ ਦੀ ਚਾਹ ਵੀ ਨਹੀਂ ਸਵਾਦ ਲੱਗੀ। ਇਸ ਲਈ ਵਧਾਈ, ਤੁਹਾਡਾ ਧੰਨਵਾਦ।
ਬਹੁਤ ਬਹੁਤ ਧੰਨਵਾਦ। ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਉਚੇਚੇ ਤੌਰ ਤੇ ਖਿਮਾ ਚਾਹੁੰਦਾ ਸਾਰੇ ਜਿਹੜੇ ਵੀਰ ਧੁੱਪ ਦੇ ਵਿੱਚ ਖੜੇ ਆ, ਅਸੀਂ ਆਪਣੇ ਵੱਲੋਂ ਬੜੇ ਪ੍ਰਬੰਧ ਕੀਤੇ ਸੀ ਔਰ ਇਹ ਮੀਟਿੰਗ ਕਰਕੇ ਫੈਸਲਾ ਕੀਤਾ। ਨਾ ਜ਼ਿਲ੍ਹਾ ਜਥੇਦਾਰਾਂ ਦੀ ਮੀਟਿੰਗ ਹੋਈ, ਨਾ ਐਮਐਲਏ ਦੀ ਮੀਟਿੰਗ ਹੋਈ, ਨਾ ਲੱਗੇ। ਔਰ ਅੱਜ ਮੈਂ ਦੇਖ ਰਿਹਾ ਕਿਤੇ ਵੀ ਕੋਈ ਖੜਨ ਨੂੰ ਥਾਂ ਨਹੀਂ। ਇਹ ਕਾਮਯਾਬੀ ਵਾਸਤੇ ਮੈਂ ਤੁਹਾਡੇ ਸਾਰਿਆਂ ਵਾਸਤੇ, ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਤੁਹਾਡਾ ਧੰਨਵਾਦ ਕਰਾਂ। ਇੱਕ ਜਕਾਰਾ ਲਾਉਣ ਲੱਗਿਆ, ਇਹ ਸਾਰੇ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਧੁੱਪ ਦੇ ਵਿੱਚ ਖੜੇ। ਸਾਰੇ ਦੋਵੇਂ ਹੱਥ ਕੱਢ ਕੇ ਸਾਰਿਆਂ ਦਾ ਉਹਨਾਂ ਦਾ ਸਤਿਕਾਰ ਕਰੋ। ਇੱਕ ਬੰਦਾ ਨਹੀਂ ਹਿੱਲਿਆ ਧੁੱਪ ਦੇ ਵਿੱਚੋਂ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੀਬੀ ਜਗੀਰ ਕੌਰ ਜੀ ਦਾ ਮੈਂ ਉਚੇਚੇ ਤੌਰ ਤੇ ਧੰਨਵਾਦ ਕਰਦਾ ਕਿ ਭਲਾਤਾ ਹਲਕੇ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਯੁਵਰਾਜ ਭੁਪਿੰਦਰ ਸਿੰਘ ਲੈ ਕੇ ਆਏ ਆ। ਹੁਣ ਮੈਂ ਭੁੰਦਰ ਸਾਹਿਬ ਨੂੰ ਬੇਨਤੀ ਕਰਾਂ, ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ, ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ, ਕਿ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ। ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਤੇ ਸਾਰੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਪੰਜਾਬ ਦੇ ਕੋਨੇ-ਕੋਨੇ ਤੇ ਆਏ ਪੰਥ ਦੀ ਰੀੜ੍ਹ ਦੀ ਹੱਡੀ ਨੌਜਵਾਨ ਬਜ਼ੁਰਗ ਬੀਬੀਆਂ ਭੈਣਾਂ ਸਾਰੇ ਜੁਝਾਰੂ ਵਰਕਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬੋਲਣਾ ਪ੍ਰਧਾਨ ਸਾਹਿਬ ਨੇ ਹੀ ਹੈ, ਮੈਂ ਟਾਈਮ ਨਹੀਂ ਲਵਾਂਗਾ ਕਿਉਂਕਿ ਬਹੁਤ ਟਾਈਮ ਹੋ ਗਿਆ। ਅਗਲਾ ਨਿਸ਼ਾਨਾ ਵੀ ਆਪਣੇ ਸਾਹਮਣੇ ਹੈ। ਮੈਂ ਇੱਕੋ ਦੋ ਗੱਲਾਂ ਹੀ ਕਹਾਂਗਾ, ਮੇਰੀਆਂ ਧਿਆਨ ਨਾਲ ਸੁਣਿਓ। ਪਹਿਲੀ ਗੱਲ ਤਾਂ ਇਹ ਕਿ ਅੱਜ ਆਪਾਂ ਜਿਹੜਾ ਮੇਨ ਪੁਆਇੰਟ ਹੈ ਜਿਸ ਤੇ ਆਏ ਆ, ਦੇਖੋ ਆਪਾਂ ਤਾਂ ਕਹਿੰਦੇ ਆ ਪੰਜਾਬ ਦੇ ਲੋਕਾਂ ਨਾਲ ਧੋਖਾ। ਅਸਲ ਮਾਨਾ ਕੀ ਹੈ ਕਿ ਗੁਰੂ ਦੇ ਨਾਲ ਧੋਖਾ। ਅੱਜ ਉਹ ਜਿਹੜੀ ਝੂਠੀ ਸਹੁੰ ਖਾਦੀ ਹੈ, ਉਸ ਝੂਠੀ ਸਹੁੰ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਜੋ ਧੋਖਾ ਦਿੱਤਾ, ਦੋ ਗੱਲਾਂ ਕੀਤੀਆਂ। ਇੱਕ ਗੱਲ ਕੀਤੀ, ਐਫੀਡੇਵਿਟ ਤੇ ਸਾਈਨ ਕੀਤੇ, ਯਾਦ ਹੈ ਤੁਹਾਡੇ? ਐਫੀਡੇਵਿਟ ਸੀ ਕਰਜ਼ੇ ਦਾ। ਦੂਜੀ ਸਹੁੰ ਗੁਰੂ ਗ੍ਰੰਥ ਸਾਹਿਬ ਦੀ। ਤੇ ਫਿਰ ਵੀਰੋ, ਜਿਹੜਾ ਗੁਰੂ ਦੇ ਨਾਲ ਧੋਖਾ ਕਰ ਸਕਦਾ, ਆਪਾਂ ਕੀ ਸੋਚਦੇ ਕਿ ਆਪਣੇ ਨਾਲ ਧੋਖਾ ਕਰਨਾ ਉਹਨੂੰ ਕਿੱਡਾ ਕੁ ਔਖਾ ਹੈ। ਸਾਰੀਆਂ ਗੱਲਾਂ ਦੀ ਬਜਾਏ ਮੈਂ ਦੋ ਤਿੰਨ ਪੁਆਇੰਟਾਂ ਤੇ ਕਹਾਂਗਾ। ਸਭ ਤੋਂ ਵੱਡੀ ਗੱਲ ਕਿ ਜੀ ਮੈਂ 15 ਦਿਨਾਂ ਨਸ਼ੇ ਖਤਮ ਕਰ ਦਿਆਂਗਾ। ਤੇ ਨਸ਼ੇ ਵੀਰੋ, ਅੱਜ ਕੋਈ ਹਿੱਕ ਤੇ ਹੱਥ ਧਰ ਕੇ ਦੱਸੋ ਕਿ ਖਤਮ ਕਰਨ ਦੀ ਬਜਾਏ ਚਿੱਟਾ ਤੇ ਬਾਹਰਲੇ ਸੂਬਿਆਂ ਦੀ ਸ਼ਰਾਬ ਘਰ ਘਰ ਨਹੀਂ ਪਹੁੰਚਣ ਲੱਗੀ। ਘਰ ਘਰ ਪਹੁੰਚਣ ਲਾਤੀ ਮਾਂ ਦੇ ਪੁੱਤ ਨੇ ਖਤਮ ਕਰਨ ਦੀ ਬਜਾਏ। ਤੇ ਜਿਹੜਾ ਕਹਿੰਦਾ ਸੀ ਬੈਂਕਾਂ ਦਾ, ਪ੍ਰਾਈਵੇਟ ਬੈਂਕਾਂ ਦਾ, ਆੜਤੀਆਂ ਦਾ ਆਨੋ ਆਨਾ ਮਾਫ ਕਰਾਂਗਾ, ਆ ਹਫਤਾ ਹੋ ਗਿਆ ਪ੍ਰਧਾਨ ਸਾਹਿਬ ਬੈਠ ਕੇ ਆਏ ਨੇ, ਅਸੀਂ ਵੀ ਨਾਲ ਸੀ। ਬਲਾਚੌਰ ਕੋਲ ਦੇ ਪਿੰਡ ਹੈ, ਪਿਤਾ ਅੰਮ੍ਰਿਤਧਾਰੀ, ਪੁੱਤ ਬਹੁਤ ਨੇਕ, 20 ਸਾਲ ਪਿੰਡ ਦਾ ਸਰਪੰਚ ਬਗੈਰ ਵੋਟਾਂ ਦੇ, 1 ਏਕੜ ਜ਼ਮੀਨ ਤੇ 2 ਲੱਖ ਕਰਜ਼ਾ। ਆਪਦੇ ਬੰਦਿਆਂ ਦਾ ਝੂਠਾ ਵੱਧ ਮਾਫ ਕਰਤਾ, ਲੇਕਿਨ ਉਸ ਗਰੀਬ ਦਾ 1 ਕਿੱਲੇ ਵਾਲੇ ਦਾ 2 ਲੱਖ ਮਾਫ ਨਹੀਂ ਕੀਤਾ। ਪਿਓ ਨੇ ਅੱਡ ਲਿਖਿਆ, ਪੁੱਤ ਨੇ ਅੱਡ ਲਿਖਿਆ, ਦੋਨਾਂ ਨੇ ਲਿਖ ਕੇ ਸੁਈਸਾਈਡ ਕੀਤਾ। ਇਹਨੂੰ ਸ਼ਰਮ ਨਹੀਂ ਆਉਂਦੀ ਕਿਸ ਤਰ੍ਹਾਂ ਦੇ ਧੋਖੇ ਕਰਕੇ ਕਿਵੇਂ ਲੋਕਾਂ ਨੂੰ ਉਕਸਾ ਕੇ ਮਰਵਾਇਆ ਹੈ। ਕੋਈ ਇਦੋਂ ਵੱਡਾ ਧੋਖਾ ਹੋ ਸਕਦਾ? ਬੱਚਿਆਂ ਨੂੰ ਨੌਕਰੀ, ਘਰ ਘਰ ਨੌਕਰੀ ਦੇ ਦਿਆਂਗਾ, ਨਾ ਦਿੱਤੀ 2500 ਦੇ ਦਿਆਂਗਾ। ਕਿੱਧਰ 2500 ਗਿਆ, ਕਿੱਧਰ ਘਰ ਘਰ ਗਿਆ। ਜਿਹੜੇ ਪਹਿਲੇ ਸੀ ਉਹਨਾਂ ਨੂੰ ਹੀ ਕੱਢੀ ਜਾਂਦਾ। ਸੋ ਵੀਰੋ, ਕੋਈ ਵੀ ਗੱਲ ਪੂਰੀ ਕਰਨ ਦੀ ਬਜਾਏ ਧੋਖਾ ਹੀ ਧੋਖਾ ਨਿਰਾ ਕੀਤਾ। ਦੂਜਾ ਮੈਂ ਇਸ ਸਟੇਜ ਤੋਂ ਦੋ ਗੱਲਾਂ ਹੋਰ ਕਹਿਣੀਆਂ ਚਾਹੁੰਦਾ। ਦਿੱਲੀ ਸਰਕਾਰ ਨੂੰ ਪ੍ਰਧਾਨ ਜੀ ਅੱਜ ਇੱਕ ਸਟੇਜ ਤੋਂ ਮਤਾ ਪਾਸ ਕਰੀਏ ਨਾਲ ਬਾਕੀ ਗੱਲਾਂ ਦੇ, ਜਿੱਥੇ ਇਹ ਰੋਸ ਕਰਨ ਇਸ ਝੂਠੇ ਦੇ ਖਿਲਾਫ ਆਏ ਆ, ਇਹ ਕਰੀਏ ਕਿ ਦਿੱਲੀ ਵਾਲਿਓ, ਤੁਸੀਂ ਜੋ ਸਾਡੇ ਕਿਸਾਨਾਂ ਤੇ 307 420 ਡਕੈਤੀ, ਇਹ ਜਿਹੜੇ ਝੂਠੇ ਪਰਚੇ ਪਾਏ ਨੇ, ਦੱਸੋ ਕਿੱਥੇ ਡਕੈਤੀ ਕੀਤੀ ਹੈ? ਕਿਸ ਦੀ ਰੇਹੜੀ ਤੋਂ ਫਲਡੀ ਚੱਕਿਆ? ਦੱਸੋ ਕਿੱਥੇ ਕਤਲ ਕੀਤਾ? ਸਾਡੇ ਨੌਜਵਾਨ ਮਰੇ, ਤੁਹਾਡਾ ਦੱਸੋ ਕੀ ਕੀਤਾ? ਤੁਸੀਂ ਝੂਠੇ ਕੇਸ ਪਾਏ ਨੇ, ਇਹ ਕੇਸ ਵਾਪਸ ਲਓ।
ਕਿਸਾਨਾਂ ਤੇ ਕਾਨੂੰਨ ਵਾਪਸ ਲਓ। ਇਹ ਕਿਸਾਨੀ ਹੈ ਜਿਹੜੀ, ਇਹ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਅੱਜ ਇਹ ਦੇਸ਼ ਪੜ ਰਿਹਾ ਹੈ। ਤੁਹਾਨੂੰ ਮੈਂ ਕਹਿਣਾ ਚਾਹੁੰਦਾ, ਛੱਡ ਦਿਓ ਮਤਭੇਦ ਜਿਹੜੇ ਦੂਸਰੀਆਂ ਪਾਰਟੀਆਂ 'ਚ ਵੀ ਬੈਠੇ ਹੋ। ਅੱਜ ਦੇਸ਼ ਜੇ ਚੱਲ ਰਿਹਾ, ਫੈਕਟਰੀ ਬੰਦ, ਜਹਾਜ਼ ਬੰਦ, ਰੇਲ ਬੰਦ, ਕਾਰਖਾਨੇ, ਲਟਰਮ ਪਟਰਮ ਬਿਜ਼ਨਸ ਬੰਦ, ਟੂਰਿਜ਼ਮ, ਤੇ ਫਿਰ ਚੱਲਦਾ ਕੀ ਆ? ਕੱਲਾ ਜੱਟ ਦਾ ਖੇਤ। ਇਸ ਖੇਤ ਨੇ ਦੇਸ਼ ਦਾ ਢਿੱਡ ਭਰਿਆ ਹੈ, ਇਸ ਖੇਤ ਨੇ ਦੇਸ਼ ਦੇ ਸਟੋਰ ਭਰੇ ਨੇ, ਇਸ ਖੇਤ ਦੇ ਟਰੈਕਟਰ ਨੇ, ਇਸ ਖੇਤ ਦੇ ਪੀਟਰ ਇੰਜਣ ਨੇ, ਤੇ ਤੁਹਾਡੇ ਟਰੱਕਾਂ ਵਾਲਿਆਂ ਨੇ, ਗਰੀਬਾਂ ਨੇ, ਇਹਨਾਂ ਨੇ ਤੇਲ ਬਾਲਿਆ, ਡੀਜ਼ਲ ਜੀ, ਤੇ ਅੱਜ ਇੰਨੇ ਲੱਖ ਕਰੋੜ ਦਾ ਦਿੱਲੀ ਕਮਾਈ ਜਾਂਦੀ ਹੈ, ਇੰਨੇ ਲੱਖ ਕਰੋੜ ਦਾ ਟੈਕਸ ਇਹ ਕਮਾਈ ਜਾਂਦਾ ਜਿਹਦੇ ਨਾਲ ਦੇਸ਼ ਦਾ ਖਜ਼ਾਨਾ ਚੱਲਦਾ ਹੈ। ਹੋਰ ਕਿਤੋਂ ਟੈਕਸ ਨਹੀਂ ਆ ਰਿਹਾ। ਇਹ ਤਾਂ ਸਾਡਾ ਸਾਰੇ ਸਿਰ, ਸਾਡਾ ਸਿਰ ਸਾਡੀਆਂ ਜੁੱਤੀਆਂ। ਇਸ ਕਰਕੇ ਸਮਝੋ, ਨਿੱਕੀਆਂ ਨਿੱਕੀਆਂ ਗੱਲਾਂ 'ਚ ਆ ਜਾਂਦੇ ਹੋ, ਮੈਂ ਅਕਾਲੀ ਹਾਂ, ਮੈਂ ਕਾਂਗਰਸੀ ਹਾਂ, ਮੈਂ ਕਮਿਊਨਿਸਟ ਹਾਂ। ਉਹ ਬਹੁਤ ਵੱਡਾ ਸੰਕਟ ਪੰਜਾਬ ਤੇ ਆ ਰਿਹਾ ਹੈ। ਜਦੋਂ ਰਾਜਾ ਅੱਗੇ ਆਇਆ ਸੀ ਉਦੋਂ ਪੱਟ ਗਿਆ, ਰਹਿੰਦਾ ਖੂੰਦਾ ਇਤਕੀ ਪੱਟ ਗਿਆ ਸੂਬੇ ਨੂੰ। ਮੇਰੀ ਗੱਲ ਲਿਖ ਲਿਓ ਕਿ ਪੰਜਾਬ ਦੀ ਅਗਲੀ ਪੀੜ੍ਹੀ ਵਾਸਤੇ ਬਹੁਤ ਵੱਡਾ ਸੰਕਟ ਹੈ ਜੇ ਆਪਾਂ ਅਕਲਬੰਦੀ ਨਾਲ ਇਕੱਠੇ ਹੋ ਕੇ ਲੜਾਈਆਂ ਨਾ ਲੜਾਂਗੇ। ਸ਼੍ਰੋਮਣੀ ਅਕਾਲੀ ਦਲ ਜਿਸ ਦੇ ਸਾਰਾ ਵਿਰੁੱਧ ਬੋਲਦੇ ਨੇ, ਸਾਰੀ ਜ਼ਿੰਦਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲਾਤੀ। ਉਹ ਬਾਬਾ ਖੜਕਸੋਂ ਵਰਗੇ, ਸਰਦਾਰ ਸੇਵਾ ਸਿੰਘ ਠੀਕਰੀ ਵਾਲੇ ਵਰਗੇ, ਉਹ ਏਡੇ ਏਡੇ ਅਮੀਰ ਆਦਮੀ, 5-5 ਹਜ਼ਾਰ ਕਿੱਲੇ ਦੇ ਮਾਲਕ, 17 ਹਜ਼ਾਰ ਏਕੜ ਦੇ ਮਾਲਕ, ਦੇਸ਼ ਦੇ ਅੰਗਰੇਜ਼ ਦੇ ਖਿਲਾਫ ਲੜੇ, ਰਾਜਾ ਦੇ ਖਿਲਾਫ ਲੜੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹਨੂੰ ਲੋਕ ਇਹ ਕਹਿੰਦੇ, ਅੱਜ ਉਹਦੀ ਉਮਰ 92 ਸਾਲ ਹੋ ਗਈ, ਘੱਟੋ ਘੱਟ 60 ਸਾਲ ਜ਼ਿੰਦਗੀ ਦੇ, ਜਿਹੜਾ ਐਡਾ ਅਮੀਰ ਆਦਮੀ ਸੀ, ਇਹਦੀਆਂ ਜੇਲਾਂ 18 ਸਾਲ ਕੱਟੀਆਂ ਨੇ। ਡਾਂਗਾ ਖਾ, ਜ਼ਮੀਨਾਂ ਕੁਰਕਰਾ, ਫਾਰਮ ਕੁਰਕਰਾ, ਔਰ ਜੋ ਵੱਡੇ ਤੋਂ ਵੱਡੀ ਸਜ਼ਾ ਦਿੱਤੀ, ਲੇਕਿਨ ਉਹ ਕਦੇ ਵੀ ਝੁਕਿਆ ਨਹੀਂ। ਅੱਜ ਇਸ ਦੀ ਕਿਤਾਬ ਹੈ ਰਾਜੀਵ ਗਾਂਧੀ ਦੇ ਹੋਮ ਸੈਕਟਰੀ ਦੀ, ਕਿ ਇੱਕੋ ਇੱਕ ਲੀਡਰ ਆ ਪ੍ਰਕਾਸ਼ ਸਿੰਘ ਬਾਦਲ, ਸਾਰਾ ਅਸਾਮ, ਕਸ਼ਮੀਰ ਸਭ ਸਮਝੌਤੇ ਮੈਂ ਕਰਾ ਤੇ ਰਾਜੀਵ ਗਾਂਧੀ ਦੇ ਆਖੇ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਸੀ ਜਿਹੜਾ ਨਾ ਖਰੀਦਿਆ ਜਾ ਸਕਿਆ, ਨਾ ਝੁਕਿਆ, ਨਾ ਡਰਾਇਆ ਜਾ ਸਕਿਆ, ਜਿਹੜਾ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਿਆ। ਅੱਜ ਉਸ ਪ੍ਰਕਾਸ਼ ਸਿੰਘ ਬਾਦਲ ਨੂੰ, ਅੱਜ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਦੇ ਵਡੇਰਿਆਂ ਨੇ ਅੱਜ 100 ਸਾਲ ਹੋ ਗਏ, ਇਹਨੇ ਝੂਠੀ ਸਹੁੰ ਖਾ ਕੇ ਧੋਖਾ ਕੀਤਾ, ਲੇਕਿਨ ਤੁਹਾਡੇ ਵਡੇਰਿਆਂ ਨੇ ਅੱਜ 100 ਸਾਲ ਬਣਾ ਰਹੇ। ਉਹ ਨੌਜਵਾਨ ਜਿਹੜੀ ਨਵੀਂ ਪੀੜ੍ਹੀ, ਉਹ ਸੁਣ ਲਓ, ਮਨਾਓ ਸਾਰੇ MLA SGPC ਮੈਂਬਰ, ਸਾਰਾ ਸਾਲ ਮਨਾਓ 100 ਸਾਲਾ ਸ਼ਹੀਦਾਂ ਦਾ। ਉਹੀ ਸ਼ਹੀਦਾਂ ਦਾ 1920 ਵਾਲਾ ਸਾਲ ਆ ਅਕਾਲੀ ਦਲ ਦਾ 100 ਸਾਲ, ਉਹੀ ਨਨਕਾਣਾ ਸਾਹਿਬ ਦੇ ਸਾਕੇ ਦਾ ਸਾਲ ਹੈ 100 ਸਾਲ। ਉਹ ਇੱਕ ਪਾਸੇ ਸਹੁੰ ਖਾ ਕੇ ਲਛਮਣ ਸਿੰਘ ਧਾਰੋਵਾਲੀ, ਦਲੀਪ ਸਿੰਘ ਵਰਗੇ ਤੇ ਸੈਂਕੜੇ ਉਹਨਾਂ ਦੇ ਸਾਥੀ ਸਹੁੰ ਖਾ ਕੇ ਮੁਰੇ ਨਹੀਂ ਪੁੱਠੇ, ਆਪਣੀਆਂ ਸ਼ਹੀਦੀਆਂ ਪਾਈਆਂ, ਇੱਕ ਸਹੁੰ ਖਾ ਕੇ ਰਾਜ ਕਰ ਰਿਹਾ, ਸਾਰਾ ਕੁਝ ਹੀ ਮੁੱਕਰ ਗਿਆ। ਤੁਸੀਂ ਉਹਨਾਂ ਦੇ ਬੱਚੇ ਹੋ, ਉਹ ਦਲੀਪ ਸਿੰਘ, ਸਰਦਾਰ ਲਛਮਣ ਸਿੰਘ ਧਾਰੋਵਾਲੀ ਦੀ ਔਲਾਦ ਹੋ, ਤੇ ਤੁਹਾਨੂੰ ਇਹ ਰਾਜ ਭਾਗ ਨਹੀਂ ਇਕੱਲਾ ਲਿਖਿਆ, ਤੁਹਾਡੇ ਵਾਸਤੇ ਕੁਰਬਾਨੀ ਆ ਨਿਸ਼ਾਨਾ। ਕੁਰਬਾਨੀ ਚੋਂ ਰਾਜ ਨਿਕਲਦੇ ਨੇ, ਰਾਜ ਕਦੇ ਇਹਨਾਂ ਗੱਲਾਂ ਚੋਂ ਨਹੀਂ ਨਿਕਲਦੇ, ਝੂਠ ਮਾਰਨ ਚੋਂ। ਜਿਸ ਵੇਲੇ ਐਮਰਜੈਂਸੀ ਲੱਗੀ ਸੀ 74-75 ਦੇ ਵਿੱਚ, ਮੈਂ ਨਾਲ MLA ਸਾਂ, 72 ਚ ਬਣ ਗਿਆ ਸਾਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਜੇਲ੍ਹਾਂ ਸੀ, ਮੈਂ ਬਾਹਰ ਆ ਗਿਆ। ਬਹੁਤ ਵੱਡੇ ਵੱਡੇ ਲੀਡਰ ਸੀ, ਸਾਰੇ ਅੰਦਰ ਸੀ, ਮੈਂ ਉਮਰ ਛੋਟਾ ਸਾਂ ਲੇਕਿਨ MLA ਸਾਂ। ਮੇਰੇ ਕੋਲ ਆਏ ਦਿੱਲੀੋਂ ਬੰਦੇ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਦਿਓ ਸਾਰੀ ਜਿੰਨਾ ਚਿਰ ਜ਼ਿੰਦਗੀ ਹੈ ਅਕਾਲੀ ਦਲ ਦਾ ਰਾਜ ਰਹੂ, ਸਮਝੌਤਾ ਕਰ ਲੈ, ਅਸੀਂ ਸਾਰੀਆਂ ਮੰਗਾਂ ਮੰਨਣ ਨੂੰ ਤਿਆਰਾਂ ਨਾਲ। ਮੈਂ ਕਿਹਾ ਪ੍ਰਕਾਸ਼ ਸਿੰਘ ਬਾਦਲ ਜੇਲ੍ਹ ਹੈ ਤਾਂ ਮੈਂ ਹੀ ਨਹੀਂ ਮੰਨਦਾ, ਉਹਦੇ ਕੋਲੇ ਕੌਣ ਜਾਊ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਪੁਰਖਾਂ ਦੀ ਔਲਾਦ ਹੈ ਜਿਹੜਿਆਂ ਨੇ ਸਹੁੰ ਖਾ ਕੇ ਅੱਜ ਦੇ ਦਿਨ ਸ਼ਹੀਦੀਆਂ ਪਾਈਆਂ ਸੀ। ਆ ਲੰਘਿਆ 21 ਫਰਵਰੀ, ਅੱਜ ਉਹ 100 ਸਾਲ ਆਪਾਂ ਮਨਾ ਰਹੇ ਹਾਂ। ਉਹਨਾਂ ਦੀ ਤੁਸੀਂ ਅੱਗੇ ਔਲਾਦ ਹੋ, ਤੁਸੀਂ ਉਹਨਾਂ ਸ਼ਹੀਦ ਬੱਚਿਆਂ ਦੀ ਔਲਾਦ ਹੋ, ਗੁਰੂ ਦੀ, ਜਿਸ ਦੇ ਰੋਜ਼ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ, ਸਰਹੰਦ ਦੀਆਂ ਕੰਧਾਂ ਨੂੰ ਔਰ ਉੱਥੋਂ ਦੇ ਚਮਕੌਰ ਸਾਹਿਬ ਦੀ ਗੜੀ ਨੂੰ ਮੱਥਾ ਟੇਕਦੇ ਹੋ। ਅੱਜ ਉਸ ਔਲਾਦ ਦੇ ਨੌਜਵਾਨ ਵਾਰਸੋ, ਯਾਦ ਕਰੋ ਆਪਣੇ ਗੁਰੂਆਂ ਨੂੰ, ਆਪਣਾ ਜੋ ਤੁਹਾਡਾ ਵਿਰਸਾ ਹੈ। ਇਸ ਕਰਕੇ ਕਦੇ ਵੀ ਲੀਡਰਸ਼ਿਪ ਦੇ ਹੁਕਮ ਦੇ ਮੁਤਾਬਕ ਚੱਲਿਓ। ਅੱਜ ਮੈਂ ਤੁਹਾਨੂੰ ਇੱਕ ਇਹ ਗੱਲ ਵੀ ਕਹਿ ਕੇ ਚੱਲਿਆ ਕਿ ਜਦੋਂ ਪ੍ਰਧਾਨ ਸਾਹਿਬ ਜਾਣਗੇ, ਇੱਧਰ ਨੂੰ ਨਾ ਹੋ ਜਿਓ, ਮਗਰ ਚੱਲਿਓ ਲਾਈਨ 'ਚ। 100 ਬੰਦਾ ਹੋਵੇ, ਇੱਕ ਲਾਈਨ 'ਚ ਜਾਵੇ, ਬਹੁਤ ਵੱਡੀ ਤਾਦਾਦ ਹੈ। ਬੰਦਾ 1000 ਹੋਵੇ, ਕੱਲਾ ਖੱਲਾ ਹੁਣ ਜੇ ਤੇ ਇੱਕੋ ਹੀ ਰਹਿ ਜਾਂਦਾ ਹੈ। ਇਸ ਕਰਕੇ ਜੋ ਪ੍ਰਧਾਨ ਸਾਹਿਬ ਜਦੋਂ ਬੋਲ ਹਟੇ, ਉਹਨਾਂ ਚਿਰ ਹਿੱਲਿਓ ਨਾ ਇੱਕ ਵੀ ਬੰਦਾ। ਜਦੋਂ ਅੱਗੇ ਲੱਗਣਗੇ
ਮਗਰ ਲਾਈਨਾਂ 'ਚ ਲੱਗ ਜਾਓ ਤੇ ਜਿੱਥੇ ਜਾ ਕੇ ਅੱਗੇ ਮੁਕਾਬਲਾ ਹੋਏਗਾ, ਜਿੱਥੇ ਮੂਹਰੇ ਪ੍ਰਧਾਨ ਜੀ ਹੋਣਗੇ, ਮਗਰ ਖੜ ਜਾਓ ਕੰਧ ਵਾਂਗੂ ਤੇ ਜਿੱਤੀ ਜਿੱਤ ਹੈ ਤੁਹਾਡੀ। ਇਹ ਝੂਠੀਆਂ ਸੌਹਾਂ ਖਾਣ ਵਾਲੇ ਕਦੇ ਜਿੱਤ ਨਹੀਂ ਸਕਦੇ, ਇਹਨਾਂ ਤਾਂ ਹਰਨਾ ਹੀ ਹਰਨਾ ਹੈ। ਇਹਨਾਂ ਨੂੰ ਗੁਰੂ ਨੇ ਸਜ਼ਾ ਦੇਣੀ ਹੈ। ਪੰਜਾਬ ਦੇ ਵਾਰਸ ਤੁਸੀਂ ਹੋ। ਕਦੇ ਬਹਿ ਕੇ ਸੱਥਾਂ 'ਚ ਗੱਲਾਂ ਕਰਿਆ ਕਰੋ ਕਿ ਪੰਜਾਬ ਦੀ ਧਰਤੀ ਤੇ ਰਾਜ ਕੀਤਾ ਲੰਬਾ ਸਮਾਂ, ਕਾਂਗਰਸ ਨੇ ਦੇਸ਼ ਤੇ ਵੀ ਰਾਜ ਕੀਤਾ। ਕੋਈ ਗਰੀਬ, ਕੋਈ ਕਿਸਾਨ, ਕੋਈ ਮੁਲਾਜ਼ਮ, ਕੋਈ ਦੁਕਾਨਦਾਰ ਦੱਸ ਦੇ ਕਿ ਇੱਕ ਵੀ ਸਕੀਮ ਅਕਾਲੀ ਦਲ ਦੇ ਰਾਜ ਤੋਂ ਬਗੈਰ ਕਿਸੇ ਸਰਕਾਰ ਨੇ ਦਿੱਤੀ ਹੋਵੇ ਤੇ ਇੱਕ ਵੀ ਡਿਵੈਲਪਮੈਂਟ ਅਕਾਲੀ ਦਲ ਤੋਂ ਬਗੈਰ ਕੀਤੀ ਹੋਵੇ। ਸੋ ਲੰਬਾ ਸਮਾਂ ਮੈਂ ਨਾ ਲਵਾਂ, ਮੈਂ ਵੀ 2-4 ਮਿੰਟ ਵੱਧ ਲੈ ਗਿਆ। ਪ੍ਰਧਾਨ ਜੀ ਬੋਲਣਗੇ ਕੱਲੀ ਗੱਲ ਤੇ, ਕੱਲੀ ਗੱਲ ਸੁਣ ਕੇ ਡਿਸਪਲਿਨ 'ਚ ਆਪਾਂ ਇਹਨਾਂ ਦੇ ਨਾਲ ਚੱਲਣਾ। ਕੋਈ ਮੇਰੇ ਵਰਗਾ ਤੇ ਤੋਤਾ ਸੋ ਵਰਗਾ ਰਹਿ ਜੇ, ਸਾਡੇ ਵੱਲਾਂ ਝਾਕਿਓ। ਕਿਸੇ ਦਾ ਪੈਰ ਦੁਖ ਗਿਆ, ਕਿਸੇ ਦੀ ਲੱਤ ਦੁਖ ਗਈ ਤੇ ਕਿਤੇ ਉਹਦੇ ਵਾਂਗੂ ਵੀ ਨਾ ਕਰਿਓ ਮੈਨੂੰ ਤੇ ਇਹਨਾਂ ਨੂੰ ਤਾਂ ਲੈ ਬੈਠੇ ਸੀ ਵਿਚਾਲੇ ਖੜੀਸ ਕੇ ਆਪਾਂ ਹੀ। ਇਸ ਕਰਕੇ ਨਿਗਾਹ ਵੀ ਰੱਖਿਆ ਕਰੋ ਮੂਹਰਲਿਆਂ ਦੀ। ਜਿਉਂ ਲੱਗਦੇ ਹੋ ਲੱਤਾਂ ਥੱਲੇ ਆਪ ਹੀ ਲੈ ਲੈਦੇ ਹੋ। ਮਜੀਠਾ ਸਾਹਿਬ ਸਿੱਟ ਲਏ, ਚੰਦੂ ਮਾਜਰਾ ਸਿੱਟ ਲਿਆ, ਡਿਸਪਲਿਨ 'ਚ ਰਿਹਾ ਕਰੋ। ਸੋ ਸਭ ਦਾ ਤੁਹਾਡਾ ਬਹੁਤ ਧੰਨਵਾਦ। ਇੱਕ ਧੰਨਵਾਦ ਮੈਂ ਇਹ ਕਰਨਾ ਹੈ ਕਿ ਸਾਰੀ ਜਥੇਬੰਦੀ, ਸਾਰੇ MLA ਸਾਹਿਬਾਨ ਤੇ ਸਾਰੇ ਤੁਸੀਂ ਜਿੰਨੇ ਵੀ ਆਏ ਹੋ, ਬਹੁਤ ਧੰਨਵਾਦ ਕਿ ਪ੍ਰਧਾਨ ਜੀ ਦੀ ਆਵਾਜ਼ ਤੇ ਤੁਸੀਂ ਸਤਿਕਾਰ ਕੀਤਾ। ਅੱਜ ਪੰਜਾਬ ਦੇ ਕੋਨੇ-ਕੋਨੇ ਤੇ ਆ ਕੇ ਰਾਜੇ ਦੇ ਮੋਢਿਆਂ ਤੇ ਆ ਕੇ ਬੈਠ ਗਏ ਹੋ। ਹੁਣ ਅੰਦਰ ਬੈਠਾ ਕੰਬੀ ਜਾਂਦਾ ਹੋਣਾ। ਬਹੁਤ ਵੱਡੀ ਹੰਗਾਰਾ, ਬਹੁਤ ਵੱਡਾ ਤੁਸੀਂ ਪਾਲਣਾ ਕੀਤੀ ਹੁਕਮ ਦੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇਗਾ ਜੇ ਤੁਹਾਡੀ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਰੋਪੜ ਤੋਂ ਸਰਦਾਰ ਜਸਪਾਲ ਸਿੰਘ ਜੀ ਕਲਿਆਣਪੁਰ ਪਿੰਡ ਤੋਂ, ਉਹਨਾਂ ਦਾ ਪਰਸ ਮੇਰੇ ਕੋਲੇ ਪਹੁੰਚਿਆ, ਉਹ ਬਾਅਦ ਦੇ ਵਿੱਚ ਲੈ ਲੈਣ। ਇਸੇ ਤਰ੍ਹਾਂ ਇੱਕ ਸਰਦਾਰ ਰਾਜ ਸਿੰਘ ਸਾਡੇ ਸਰਕਲ ਪ੍ਰਧਾਨ ਨੇ ਸਾਹਨੇਵਾਲ ਦੇ, ਉਹਨਾਂ ਦਾ ਜੇ ਪਰਸ ਕਿਸੇ ਕੋਲ ਹੋਵੇ ਵਿੱਚ ਡਾਕੂਮੈਂਟ ਨੇ, ਉਹ ਕਿਰਪਾ ਕਰਕੇ ਸਟੇਜ ਤੇ ਪਹੁੰਚਾਉਣ ਦੀ ਕਿਰਪਾਲਤਾ ਕਰਨੀ। ਹੁਣ ਪ੍ਰਧਾਨ ਸਾਹਿਬ ਸੰਬੋਧਨ ਕਰਨਗੇ। ਜਕਾਰਾ ਜਿਹੜਾ ਲੱਗੇ ਵਿਧਾਨ ਸਭਾ ਦੇ ਅੰਦਰ ਤੱਕ ਆਵਾਜ਼ ਜਾਣੀ ਚਾਹੀਦੀ। ਸਾਰੇ ਗੱਜ ਵੱਜ ਕੇ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਿੰਦਾਬਾਦ, ਸਰਦਾਰ ਸੁਖਬੀਰ ਸਿੰਘ ਬਾਦਲ, ਜਿੰਦਾਬਾਦ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਅਖੀਰਲਾ ਬਜਟ ਤੇ ਅਖੀਰਲਾ ਸਾਲ। ਅੱਜ ਕਿਉਂ ਇੱਥੇ ਆਏ ਆ? ਕਿਉਂਕਿ ਪੰਜਾਬ ਮੰਗਦਾ ਜਵਾਬ। ਪੰਜਾਬ ਕੈਪਟਨ ਤੋਂ ਮੰਗਦਾ ਜਵਾਬ। ਗੁਟਕਾ ਸਾਹਿਬ ਦੀ ਸਹੁੰ ਖਾ ਕੇ, ਲੋਕਾਂ ਨੂੰ ਗੁੰਮਰਾਹ ਕਰਕੇ, ਆਪਣੀ ਕੌਮ ਦੀ, ਪੰਜਾਬੀਆਂ ਦੀ ਭਾਵਨਾ ਦਾ ਫਾਇਦਾ ਲੈ ਕੇ ਮੁੱਖ ਮੰਤਰੀ ਬਣ ਗਿਆ। ਕੈਪਟਨ ਦੇ ਪਿਛੋਕੜ ਬਾਰੇ, ਉਹਦੇ ਝੂਠ ਬਾਰੇ ਆਪਾਂ ਨੂੰ ਪਤਾ ਸੀ, ਪਰ ਲੋਕੀ ਗੁੰਮਰਾਹ ਇਸ ਲਈ ਹੋ ਗਏ ਕਿ ਪਹਿਲੀ ਵਾਰ ਕਿਸੇ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਧੀ। ਆਪਣੀ ਕੌਮ ਵਿੱਚ ਆਪਾਂ ਰੱਬ ਤੋਂ ਡਰਦੇ ਆਂ। ਜਦੋਂ ਲੜਾਈ ਹੋ ਜਾਂਦੀ ਹੈ ਤੇ ਆ ਪਿੰਡ ਦੇ ਬਜ਼ੁਰਗ ਕਹਿੰਦੇ ਆਓ ਗੁਰੂ ਘਰ ਚੱਲੀਏ,
ਉੱਥੇ ਫੈਸਲਾ ਹੋਊਗਾ। ਜਿਹੜੇ ਝੂਠੇ ਹੁੰਦੇ ਆ ਉਹ ਗੁਰੂ ਘਰ 'ਚ ਜਾਣ ਤੋਂ ਡਰਦੇ ਹੁੰਦੇ ਆ ਤੇ ਉਹ ਜਾਂਦੇ ਨਹੀਂ। ਪਰ ਕੈਪਟਨ ਤੇ ਕਾਂਗਰਸੀਆਂ ਨੇ ਦੇਖਿਆ ਕਿ ਬਾਦਲ ਸਾਹਿਬ 10 ਸਾਲ ਮੁੱਖ ਮੰਤਰੀ ਸੀ, ਗਰੀਬ ਕਿਸਾਨ ਮਜ਼ਦੂਰ ਪੰਜਾਬ ਦੀ ਇੰਨੀ ਵਧੀਆ ਸੇਵਾ ਕੀਤੀ ਕਿ ਗੁੰਮਰਾਹ ਕਿ ਸਾਰੇ ਕੰਮ ਹੋਣ ਲੱਗ ਗਏ। ਕਿਵੇਂ ਸਰਕਾਰ ਆਪਾਂ ਕਾਂਗਰਸ ਦੀ ਲੈ ਕੇ ਆਵਾਂਗੇ? ਇੱਕ ਸਾਜ਼ਿਸ਼ ਰਚੀ। ਕਿਆ ਸੌਂ ਖਾਈਏ? ਤੁਸੀਂ ਦੇਖਿਆ ਹੋਣਾ, ਮੇਰੇ ਕੋਲੇ ਉਹ ਟੀਵੀ ਦੇ ਹਲੇ ਵੀ ਦੇਖਦਾ ਹੁੰਨਾ, ਕਿਵੇਂ ਸਾਰੇ ਕਾਂਗਰਸੀ ਇਕੱਠੇ ਹੋ ਕੇ ਕੈਪਟਨ ਨਾਲ ਸੌਂ ਖਾਂਦੇ ਆ, ਝੂਠੀ ਸੌਂ ਖਾਂਦੇ ਆ। ਇਹ ਤੋਂ ਮਾੜੀ ਬੇਅਦਬੀ, ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਜੋ ਕੈਪਟਨ ਨੇ ਕੀਤਾ? 4 ਸਾਲ ਹੋ ਗਏ, 4 ਸਾਲ, 4 ਬਜਟ ਪੇਸ਼ ਕਰਤੇ। ਇੰਨੇ ਮੌਕੇ ਸੀ ਉਹਨੂੰ ਆਪਣੀਆਂ ਵਾਅਦੇ ਪੂਰੇ ਕਰਨ ਦੇ, ਪਰ ਨੀਅਤ ਸਾਫ਼ ਨਹੀਂ, ਇਹਦੇ ਦਿਲ 'ਚੋਂ ਦਰਦ ਨਹੀਂ। ਕੈਪਟਨ ਦਾ ਨਿਸ਼ਾਨਾ ਇੱਕੋ ਇੱਕ ਸੀ, ਮੈਂ ਤਾਂ ਮੁੱਖ ਮੰਤਰੀ ਬਣਨਾ, ਅਖੀਰਲੀ ਵਾਰ ਮੁੱਖ ਮੰਤਰੀ ਬਣਨਾ। ਤੇ ਦੇਖੋ 4 ਸਾਲ ਹੋ ਗਏ, ਦਿਖਾਈ ਦਿੱਤਾ ਕਿ ਕੈਪਟਨ ਦਿਖਾਈ ਦਿੱਤਾ? 4 ਸਾਲ ਜਿਹੜਾ ਮੁੱਖ ਮੰਤਰੀ 4 ਸਾਲ ਘਰੋਂ ਨਾ ਨਿਕਲੇ, ਉਹ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ? ਪਹਿਲਾ ਸੂਬਾ ਹਿੰਦੁਸਤਾਨ ਵਿੱਚ ਜਿਹੜਾ ਬਗੈਰ ਮੁੱਖ ਮੰਤਰੀ ਤੋਂ ਚਲੀ ਜਾਂਦਾ ਹੈ। ਅੱਜ ਇਕੱਠੇ ਕਿਉਂ ਹੋਏ? ਯਾਦ ਕਰਾਉਣ ਵਾਸਤੇ ਕੈਪਟਨ ਨੂੰ ਕਿ ਪੰਜਾਬ ਮੰਗਦਾ ਜਵਾਬ, ਜਿਹੜੀ ਤੂੰ ਝੂਠੀ ਸਹੁੰ ਖਾਦੀ ਸੀ ਕਿ 4 ਹਫ਼ਤਿਆਂ ਦੇ ਅੰਦਰ ਮੈਂ ਨਸ਼ਾ ਬੰਦ ਕਰ ਦੂੰਗਾ। ਅੱਜ ਸਭ ਤੋਂ ਵੱਧ ਨਸ਼ਾ ਅੱਜ ਕਾਂਗਰਸੀ ਆਪਣੇ ਗੁੰਡਿਆਂ ਰਾਹੀਂ ਵਿਕਾ ਰਹੇ ਹੈ। ਹਰ ਹਲਕਾ ਇੰਚਾਰਜ ਕਾਂਗਰਸ ਦਾ ਗੁੰਡਿਆਂ ਰਾਹੀਂ, ਆਪਣੇ ਏਜੰਟਾਂ ਰਾਹੀਂ ਵਿਕਾ ਰਿਹਾ ਤੇ ਮਹੀਨਾ ਬੰਨੀ ਬੈਠੇ ਹੈ। ਕੈਪਟਨ ਸਾਹਿਬ, ਪੰਜਾਬ ਮੰਗਦਾ ਜਵਾਬ। ਜਿਹੜਾ ਤੁਸੀਂ ਕਿਹਾ ਸੀ ਘਰ ਘਰ ਨੌਕਰੀ ਦਊਂਗਾ, ਹਰ ਘਰ ਵਿੱਚ ਇੱਕ ਨੌਕਰੀ ਦਊਂਗਾ, ਹਲੇ ਇੱਕ ਵੀ ਨੌਜਵਾਨ ਨੌਕਰੀ ਨਹੀਂ ਮਿਲੀ। ਪੰਜਾਬ ਮੰਗਦਾ ਜਵਾਬ। ਜਿਹੜਾ ਤੁਸੀਂ ਕਿਹਾ ਸੀ ਕਿ ਮੈਂ ਸਾਰਿਆਂ ਦਾ ਕਰਜ਼ਾ ਮਾਫ ਕਰ ਦੂੰਗਾ, ਕੈਪਟਨ ਨੇ ਕੀ ਕਿਹਾ ਸੀ ਕਿ ਤੁਸੀਂ ਕੋਈ ਆੜਤੀਏ ਦਾ ਕਰਜ਼ਾ ਨਹੀਂ ਦੇਣਾ, ਕੋਈ ਬੈਂਕ ਦਾ ਕਰਜ਼ਾ ਨਹੀਂ ਦੇਣਾ, ਕੋਈ ਕੋਆਪਰੇਟਿਵ ਬੈਂਕ ਦਾ ਕਰਜ਼ਾ ਨਹੀਂ ਦੇਣਾ, ਸਾਰੇ ਕਰਜ਼ੇ ਮੈਂ ਮਾਫ ਕਰੂੰਗਾ। ਕਰਨਾ ਕੀ ਸੀ? ਅੱਜ ਗਰੀਬ ਆਤਮ ਹੱਤਿਆ ਕਰ ਰਿਹਾ। 2 ਦਿਨ ਪਹਿਲੇ ਮੈਂ ਹੁਸ਼ਿਆਰਪੁਰ ਸੀ, ਇੱਕ ਗਰੀਬ ਪਰਿਵਾਰ, ਕੱਲਾ 1 ਕਿੱਲਾ ਜ਼ਮੀਨ, ਉਹ ਬਜ਼ੁਰਗ ਨੇ ਤੇ ਉਹਨੇ ਬੇਟੀ ਨੇ ਆਤਮ ਹੱਤਿਆ ਕਰ ਲਈ। ਤੇ ਆਤਮ ਹੱਤਿਆ ਦੇ ਲਿਖ ਕੇ ਕਿਹਾ ਕਿ ਮੈਂ ਆਤਮ ਹੱਤਿਆ ਕਰ ਰਿਹਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲਿਆ, ਸਾਡੀ ਭਾਵਨਾ ਨਾਲ ਖੇਡਿਆ। ਕਰਜ਼ਾ ਮੀਮਕਾ ਮਾਫ ਕਰਨਾ ਸੀ, ਮੇਰਾ 1 ਰੁਪਿਆ ਨਹੀਂ ਮਾਫ ਹੋਇਆ। 1 ਏਕੜ ਜ਼ਮੀਨ ਸੀ ਉਹਦੀ, 1 ਰੁਪਿਆ ਵੀ ਮਾਫ ਨਹੀਂ ਹੋਇਆ ਤੇ ਆਤਮ ਹੱਤਿਆ ਕਰੇ। ਇਹ ਜੇ ਘੱਟ ਤੋਂ ਘੱਟ 100-150 ਕਿਸਾਨ ਆ ਜਿਨ੍ਹਾਂ ਨੇ ਕੈਪਟਨ ਦਾ ਨਾਂ ਲੈ ਕੇ ਆਤਮ ਹੱਤਿਆ ਕੀਤੀ ਹੈ। ਕੈਪਟਨ ਆ ਵੀ ਕਹਿੰਦਾ ਸੀ ਕਿ ਜਿਹੜੇ ਆਤਮ ਹੱਤਿਆ ਕਰਨਗੇ ਉਹਨਾਂ ਦੇ ਹਰ ਘਰ ਨੂੰ ਮੈਂ ਨੌਕਰੀ ਦਊਂਗਾ, 10 ਲੱਖ ਰੁਪਏ ਦਊਂਗਾ। 1 ਪਰਿਵਾਰ ਨੂੰ ਨੌਕਰੀ ਨਹੀਂ ਦਿੱਤੀ ਕੈਪਟਨ ਨੇ, 1 ਪਰਿਵਾਰ ਨੂੰ ਨੌਕਰੀ ਨਹੀਂ ਦਿੱਤੀ। ਆ ਬਜ਼ੁਰਗਾਂ ਨੂੰ ਤੇ ਮਾਤਾ ਨੂੰ 1500 ਰੁਪਏ ਪੈਨਸ਼ਨ ਦੀ ਵਾਅਦਾ ਕੀਤਾ, ਜਿਹੜਾ 2500 ਸ਼ਗਨ, 52,000 ਸ਼ਗਨ ਦਾ, ਆਟਾ ਦਾਲ ਦੇ ਨਾਲ ਖੰਡ ਤੇ ਚਾਹ ਪੱਤੀ, ਹਰ ਗਰੀਬ ਦਲਿਤ ਪਰਿਵਾਰ ਨੂੰ ਮੈਂ ਘਰ ਦੂੰਗਾ। ਜਿੰਨੇ ਕੰਟਰੈਕਚੁਅਲ EMPLOYEES ਹੈ ਸਾਰਿਆਂ ਨੂੰ ਪੱਕਾ ਕਰੂੰਗਾ। ਜਿੰਨੀਆਂ ਲੜਕੀਆਂ ਇੱਕ ਪਹਿਲੀ ਕਲਾਸ ਤੋਂ ਲੈ ਕੇ PhD ਤੱਕ ਮੁਫਤ ਪੜਾਉਂਗਾ। ਹਰ ਪਿੰਡ ਵਿੱਚ ਸਟੇਡੀਅਮ ਬਣਾਉਂਗਾ। 50 ਲੱਖ ਸਮਾਰਟਫੋਨ ਦਊਂਗਾ।
ਕੱਲੇ ਆ ਤਾਂ ਮੈਂ 10-11 ਹੀ ਪੜ੍ਹੇ ਐ। ਇਹਨੇ 60-70 ਜੇ ਵਾਅਦੇ ਕੀਤੇ, ਇੱਕ ਵਾਅਦਾ ਦੱਸ ਦਿਓ ਪੂਰਾ ਕੀਤਾ। ਵਾਅਦਾ ਪੂਰਾ ਕੀ ਕਰਨਾ ਸੀ? ਪੈਨਸ਼ਨਾਂ ਕੱਟਤੀਆਂ। ਮੈਂ ਪਤਾ ਕਰ ਰਿਹਾ ਸੀ, ਮੈਂ ਤਾਂ ਪੁੱਛਿਆ 5 ਲੱਖ ਪਰਿਵਾਰਾਂ ਦੀਆਂ ਪੈਨਸ਼ਨਾਂ ਕੱਟਤੀਆਂ, ਤਕਰੀਬਨ 6 ਲੱਖ ਪਰਿਵਾਰਾਂ ਦੇ ਆਟਾ ਦਾਲ ਕੱਟਦੇ। ਤੇ ਜਿਹੜੀ ਮਾੜੀ ਗੱਲ ਕੀਤੀ ਹੈ, ਤੁਸੀਂ ਹੈਰਾਨ ਰਹਿ ਜਾਓਗੇ। ਜਿਹੜਾ ਹੁਣੀ ਸਰਵੇ ਆਇਆ, ਪਹਿਲੇ ਪੰਜਾਬ ਦਾ ਪਰ ਕੈਪੀਟਾ ਇਨਕਮ ਟੌਪ ਤੇ ਹੁੰਦਾ ਸੀ। ਪਹਿਲਾ ਵਾਰ ਹੈ ਆਜ਼ਾਦੀ ਦੇ ਬਾਅਦ ਨੈਸ਼ਨਲ ਐਵਰੇਜ ਤੋਂ ਘਟ ਗਿਆ ਪਰ ਕੈਪੀਟਾ ਇਨਕਮ। ਕਿਉਂ ਘਟਿਆ? ਕਿਉਂਕਿ ਪੰਜਾਬ ਵਿੱਚ 4 ਸਾਲ ਡਿਵੈਲਪਮੈਂਟ ਨਹੀਂ ਹੋਈ। ਕੈਪਟਨ ਨੇ ਦੇਣਾ ਤਾਂ ਕੀ ਸੀ? ਜੋ ਕੰਮ ਆਪਾਂ ਕੀਤਾ ਸੀ ਸਾਰੇ ਕੁਝ ਬੰਦ ਕਰ ਦਿੱਤਾ। ਮੈਂ ਸੇਵਾ ਕੇਂਦਰ ਖੋਲੇ, ਮਤਲਬ ਕੀ ਸੀ ਕਿ ਤੁਹਾਨੂੰ ਸਰਕਾਰੀ ਦਫ਼ਤਰਾਂ 'ਚ ਜਾ ਕੇ ਧੱਕਾ ਨਾ ਖਾਣਾ ਪਏ। ਪਿੰਡ ਪਿੰਡ ਸੇਵਾ ਕੇਂਦਰ ਖੋਲਤੇ, ਕੈਪਟਨ ਨੇ ਆ ਕੇ ਬੰਦ ਕਰ ਦਿੱਤੇ। ਅਸੀਂ ਗਰੀਬ ਬੱਚਿਆਂ ਵਾਸਤੇ ਮੈਰਿਟੋਰੀਅਸ ਸਕੂਲ ਖੋਲੇ, ਜਿੱਥੇ ਸਰਕਾਰੀ ਬੱਚਿਆਂ ਸਕੂਲਾਂ ਵਿੱਚੋਂ ਜਿਹੜੇ ਗਰੀਬ ਕਾਬਿਲ ਬੱਚੇ ਆ ਉਹਨਾਂ ਨੂੰ ਹਰ ਜ਼ਿਲ੍ਹੇ 'ਚ ਮੈਰਿਟੋਰੀਅਸ ਸਕੂਲ ਬਣਾਇਆ। ਸਾਰਿਆਂ ਨੂੰ ਮੁਫਤ ਪੜ੍ਹਾਈ ਦੇ ਕੇ, ਕਿਉਂਕਿ ਕਨਵੈਂਟ ਤੇ ਅੰਗਰੇਜ਼ੀ ਸਕੂਲਾਂ ਤੋਂ ਵਧੀਆ ਗਰੀਬ ਬੱਚੇ ਪੜ੍ਹ ਸਕਣ। ਕੈਪਟਨ ਨੇ ਆ ਕੇ ਉਹ ਸਕੂਲ ਬੰਦ ਕਰ ਦਿੱਤੇ। ਪਿੰਡਾਂ ਵਿੱਚ ਅਸੀਂ ਆਰਓ ਸਿਸਟਮ ਖੋਲੇ, ਬੰਦ ਕਰ ਦਿੱਤੇ। ਮੁਫਤ ਦਵਾਈ ਦੁਕਾਨਾਂ ਮੈਂ ਖੋਲੀਆਂ ਹਰ ਸਰਕਾਰੀ ਹਸਪਤਾਲ 'ਚ। ਮੈਨੂੰ ਯਾਦ ਹੈ ਮੈਂ ਆਪ ਜਾ ਕੇ ਮੁਫਤ ਦਵਾਈ ਦੇਣ ਦੀਆਂ ਦੁਕਾਨਾਂ ਖੋਲੀਆਂ ਕਿ ਗਰੀਬ ਜਾਂ ਆਮ ਜਨਤਾ ਮੁਫਤ ਦਵਾਈਆਂ ਲੈ ਸਕੇ। ਜਿਸ ਦਿਨ ਸਰਕਾਰ ਗਈ ਤੇ ਉਹ ਦੁਕਾਨਾਂ ਵੀ ਬੰਦ ਹੋ ਗਈਆਂ। ਆਪਾਂ ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਦਿੰਦੇ ਸੀ, ਇੱਕ ਸਪੋਰਟਸ ਕਿੱਟ ਨਹੀਂ ਦਿੱਤੀ 4 ਸਾਲਾਂ 'ਚ। ਜਿਮ ਬਣਦੇ ਸੀ, ਇੱਕ ਨਹੀਂ ਦਿੱਤੀ। ਸਭ ਤੋਂ ਮਾੜੀ ਗੱਲ ਕੀਤੀ, ਵਰਲਡ ਕੱਪ ਕਬੱਡੀ ਕਰਾਉਂਦੇ ਸੀ, ਉਹ ਵੀ ਬੰਦ ਕਰ ਦਿੱਤਾ। ਅੱਜ ਆਪਾਂ ਪੈਟਰੋਲ ਦੀ ਗੱਲ ਕਰਦੇ ਹਾਂ, ਡੀਜ਼ਲ ਦੀ ਗੱਲ ਕਰਦੇ ਹਾਂ। ਮੈਥੋਂ ਪਹਿਲੇ ਬਰਾਲਿਆਂ ਨੇ ਦੱਸਿਆ, ਕੈਪਟਨ ਸਾਹਿਬ ਜਿਹੜਾ ਤੁਹਾਡੇ ਜਾਖੜ ਸਾਹਿਬ ਡਰਾਮਾ ਕਰ ਰਹੇ ਹੈ, 27% ਟੈਕਸ ਪੈਟਰੋਲ ਤੇ, 27% ਟੈਕਸ ਪੰਜਾਬ ਸਰਕਾਰ ਲਾਉਂਦੀ ਹੈ। 27%, ਜਿਹੜਾ ਸਭ ਤੋਂ ਸੂਬਿਆਂ ਤੋਂ ਜ਼ਿਆਦਾ ਟੈਕਸ ਪੰਜਾਬ ਸਰਕਾਰ ਲਾ ਰਹੀ ਹੈ। ਪੰਜਾਬ ਸਰਕਾਰ ਕਿਉਂ ਨਹੀਂ ਘਟਾਉਂਦੀ? ਪੰਜਾਬ ਸਰਕਾਰ ਨੂੰ ਤਾਂ ਮੌਜ ਬਣੀ ਹੈ। ਜਿੰਨੀਆਂ ਕੀਮਤਾਂ ਵਧੀ ਜਾਂਦੀਆਂ ਉਨਾ ਹੀ ਖਜ਼ਾਨੇ 'ਚ ਪੈਸਾ ਆਈ ਜਾਂਦਾ, 27% ਹੋਰ ਆਈ ਜਾਂਦਾ ਹੈ। ਜਾਣ ਕੇ ਹੁਣ ਸਾਰਾ ਕੁਝ ਆਪਣੀਆਂ ਨਾਕਾਮੀਆਂ ਨੂੰ ਲੁਕਾਉਣਾ ਚਾਹੁੰਦੇ ਐ। ਤੇ ਆਹੀ ਡਰਾਮਾ ਤੁਸੀਂ ਦੇਖਿਓ ਕਾਂਗਰਸ ਦਾ ਤੇ ਕੈਪਟਨ ਦਾ। ਹਰ ਚੀਜ਼ ਸੈਂਟਰ ਦੇ ਗੱਲ ਪਾ ਦਿਓ, ਆਪਣੀਆਂ ਕਮੀਆਂ ਲੁਕੋ ਕੇ। ਅੱਜ ਧਰਨਾ ਕਹਿੰਦੇ ਕੈਪਟਨ ਨੇ, ਜਾਖੜ ਨੇ ਕਿਹਾ ਕਿ ਅਸੀਂ ਗਵਰਨਰ ਦਾ ਧਰਨਾ ਦੇਵਾਂਗੇ। ਗਵਰਨਰ ਦਾ ਧਰਨਾ ਮਤਲਬ ਕਿਉਂ? ਤੇ ਗਵਰਨਰ ਅੱਜ ਅਸੈਂਬਲੀ ਦਾ ਭਾਸ਼ਣ ਦੇ ਰਿਹਾ, ਸਰਕਾਰ ਦੀ ਗੱਲ ਕਰ ਰਿਹਾ, ਕੈਪਟਨ ਦੀ ਗੱਲ ਕਰ ਰਿਹਾ। ਇਹਦਾ ਮਤਲਬ ਉਹਨਾਂ ਤੇ ਵਿਸ਼ਵਾਸ ਨਹੀਂ, ਆਪਣੀ ਸਰਕਾਰ ਤੇ ਵਿਸ਼ਵਾਸ ਨਹੀਂ ਹੈ। ਅੱਜ ਕਿਸਾਨੀ ਦੀ ਗੱਲ ਚੱਲ ਰਹੀ ਹੈ। ਮੈਂ ਤੁਹਾਡੇ ਸਾਹਮਣੇ ਪਹਿਲੇ ਵੀ ਕਿਹਾ ਤੇ ਸੱਚ ਫਿਰ ਤੋਂ ਤੁਹਾਡੇ ਸਾਹਮਣੇ ਰੱਖਣਾ ਚਾਹਣਾ। ਅੱਜ 3 ਕਾਨੂੰਨ ਜਿਹੜੇ ਕਾਲੇ ਕਾਨੂੰਨ ਕਹਿੰਦੇ ਹੋ, ਆ ਕਾਂਗਰਸ ਦਾ ਕੈਪਟਨ ਦਾ ਚੋਣ ਪੱਤਰ ਹੈ 2017। ਜਦੋਂ ਕੈਪਟਨ ਨੇ ਸਰਕਾਰ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਦੀ ਸੀ, ਆ ਚੋਣ ਪੱਤਰ ਹੈ। ਉਹ ਚੋਣ ਪੱਤਰ ਵਿੱਚ 36ਵੇਂ ਸਫੇ 'ਚ ਲਿਖਿਆ ਕਿ ਜਦੋਂ ਮੇਰੀ ਸਰਕਾਰ ਆਈ ਮੈਂ ਤਿੰਨੇ ਕਾਨੂੰਨ ਲਾਗੂ ਕਰੂੰਗਾ, ਤਿੰਨੇ ਕਾਨੂੰਨ ਲਾਗੂ ਕਰੂੰਗਾ। ਤੇ ਜਦੋਂ 2017 ਵਿੱਚ ਸਰਕਾਰ ਬਣੀ 6 ਮਹੀਨੇ 'ਚ ਕਾਨੂੰਨ ਪਾਸ ਕਰ ਦਿੱਤੇ। ਅੱਜ ਵੀ ਪਾਸ ਹੈ। ਫਿਰ ਡਰਾਮੇ ਕਿਉਂ ਕਰਦਾ ਕੈਪਟਨ? ਆ ਹੈ ਰਾਹੁਲ ਗਾਂਧੀ ਦਾ ਚੋਣ ਪੱਤਰ 2019 ਦਾ। ਆ ਪਾਰਲੀਮੈਂਟ ਇਲੈਕਸ਼ਨ ਹੋ ਕੇ ਹਟਿਆ। ਰਾਹੁਲ ਗਾਂਧੀ ਨੇ
ਆਪਣੇ ਚੋਣ ਪੱਤਰ 'ਚ ਲਿਖਿਆ ਕਿ ਜੇ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ, ਜੇ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ, 7ਵੇਂ ਸਫੇ 'ਚ ਲਿਖਿਆ ਪੂਰੇ ਦੇਸ਼ ਵਿੱਚ ਕੋਈ ਸਰਕਾਰੀ ਮੰਡੀ ਨਹੀਂ ਹੋਊਗੀ, ਸਾਰੀਆਂ ਹੀ ਪ੍ਰਾਈਵੇਟ ਕਰ ਦੂੰਗਾ। ਆਦਾ ਚੋਣ ਪੱਤਰ ਹੈ। ਮੈਂ ਪੁੱਛਣਾ ਚਾਹਣਾ ਸਾਰਿਆਂ ਨੂੰ, ਅੱਜ ਜਿਹੜੇ ਕਿਸਾਨ ਸਾਰੇ ਵੀਰ ਆਪਾਂ ਧਰਨਾ ਦੇ ਰਹੇ ਹਾਂ, ਕਿਸ ਕਰਕੇ ਧਰਨਾ ਦੇ ਰਹੇ ਹਾਂ? ਆਪਾਂ ਨੂੰ ਡਰ ਹੈ ਕਿ ਆਪਣੀਆਂ ਜਿਹੜੀਆਂ ਮੰਡੀਆਂ ਜਿੱਥੇ ਆਪਾਂ ਫਸਲ ਵੇਚਦੇ ਹਾਂ ਉਹ ਖਤਮ ਹੋ ਜਾਣਗੀਆਂ, ਉੱਜੜ ਜਾਣਗੀਆਂ। ਖਾਲਸਾ ਜੀ, ਮੈਂ ਆਰਟੀਆਈ ਰਾਹੀਂ ਮੈਂ ਕਢਾਇਆ ਪੰਜਾਬ ਸਰਕਾਰ ਤੋਂ ਕਿ ਆ ਜਿਹੜੀਆਂ ਮੰਡੀਆਂ ਪੰਜਾਬ 'ਚ ਬਣੀਆਂ ਕਿਹੜੇ ਮੁੱਖ ਮੰਤਰੀ ਨੇ ਬਣਾਈਆਂ? ਤੁਹਾਨੂੰ ਮਾਣ ਹੋਊਗਾ, ਖੁਸ਼ੀ ਹੋਊਗੀ। 90% ਜਿੰਨੀਆਂ ਮੰਡੀਆਂ ਆ ਪਿੰਡਾਂ ਦੇ ਵਿੱਚ ਬਣੀਆਂ 90% ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈਆਂ। 90% ਆਪਣੇ ਮਨ ਵਿੱਚ ਡਰ ਹੈ ਕਿ ਐਮਐਸਪੀ ਖਤਮ ਹੋਊਗੀ। ਪਹਿਲੇ ਦੇਸ਼ ਵਿੱਚ ਐਮਐਸਪੀ ਨਹੀਂ ਹੁੰਦੀ ਸੀ। ਐਮਐਸਪੀ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਤੇ ਪਹਿਲੀ ਵਾਰ ਸੰਘਰਸ਼ ਕਰਕੇ ਮੋਰਚੇ ਲਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਉਦੋਂ ਐਮਐਸਪੀ ਆਪਾਂ ਲਾਗੂ ਕਰੀ, ਅਕਾਲੀ ਦਲ ਨੇ ਲਾਗੂ ਕਰਾਈ। ਆਹ ਫਰਕ ਹੈ। ਮੈਂ ਤਾਂ ਦੇਖ ਰਿਹਾ ਸੀ ਅੱਜ ਜਿੰਨੀਆਂ ਆਪਣੇ ਪਿੰਡਾਂ 'ਚ ਕੱਸੀਆਂ, ਮੈਂ ਆਰਟੀਆਈ ਰਾਹੀਂ ਪਤਾ ਕੀਤਾ ਕਿ ਇਹ ਕੱਸੀਆਂ ਕਦੋਂ ਬਣੀਆਂ। 85% ਤੋਂ ਵੱਧ ਕੱਸੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ 'ਚ ਬਣੀਆਂ। ਆ ਜਿਹੜੇ ਪੱਕੇ ਖਾਲੇ ਤੁਹਾਡੇ ਜਿਹੜੇ ਪਿੰਡਾਂ 'ਚ ਪੱਕੇ ਖਾਲੇ ਆ ਪੱਕੇ ਖਾਲੇ ਬਣਾਉਣ ਦੀ ਸਕੀਮ ਵੀ ਬਾਦਲ ਸਾਹਿਬ ਨੇ ਕਿਹਾ ਹੈ ਤੇ ਬਣਾਈ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਟਿਊਬਲਾਂ ਦੇ ਬਿੱਲ ਬਾਦਲ ਸਾਹਿਬ ਨੇ ਮਾਫ ਕੀਤੇ। 16 ਲੱਖ ਟਿਊਬਲ ਕਨੈਕਸ਼ਨ ਹੈ। 80% ਤੋਂ ਵੱਧ ਬਾਦਲ ਸਾਹਿਬ ਨੇ ਵੰਡੇ ਆ। 80% ਤੋਂ ਵੱਧ ਟਿਊਬਲ ਕਨੈਕਸ਼ਨ ਜਿਹੜੇ ਆਪ ਖੇਤੀ ਕਰਦੇ ਆ ਤੇ ਸਾਰੀ ਬਿਜਲੀ ਮੁਫਤ ਬਾਦਲ ਸਾਹਿਬ ਨੇ ਕੀਤੀ। ਆ ਪਿਛਲੀ ਸਰਕਾਰ ਸੀ 2010 ਸਾਲ ਤੁਸੀਂ ਦੇਖੋ ਘੱਟ ਤੋਂ ਘੱਟ 3 ਲੱਖ ਟਿਊਬਲ ਕਨੈਕਸ਼ਨ ਅਸੀਂ 10 ਸਾਲਾਂ 'ਚ ਦਿੱਤੇ ਤੇ ਕੈਪਟਨ ਆ 4 ਸਾਲ ਟੱਪ ਗਏ। ਮੈਨੂੰ ਇੱਕ ਦੱਸ ਦਿਓ, ਇੱਕ ਟਿਊਬਲ ਕਨੈਕਸ਼ਨ ਕੈਪਟਨ ਦਿੱਤਾ। ਕੈਪਟਨ ਮੁੱਖ ਮੰਤਰੀ ਕਿਸ ਵਾਸਤੇ ਹੈ? ਇੱਕ ਚੀਜ਼ ਦੱਸ ਦਿਓ, ਇੱਕ ਚੀਜ਼ ਯਾਦ ਕਰੋ 4 ਸਾਲਾਂ 'ਚ ਇੱਕ ਚੀਜ਼, ਇੱਕ ਨਿਸ਼ਾਨੀ ਜਿਹੜੀ ਕੈਪਟਨ ਨੇ ਦਿੱਤੀ ਹੋਏ ਆ, ਕੀਤਾ ਹੋਏ। ਤੁਸੀਂ ਮੈਨੂੰ ਬੜੀ ਮਾਣ ਨਾਲ ਕਹਿ ਸਕਦਾ ਕਿ ਅਸੀਂ ਜ਼ਬਾਨ ਦੇ ਪੱਕੇ ਹਾਂ। ਤੁਸੀਂ ਮੇਰੇ 10 ਸਾਲਾਂ 'ਚ ਭਾਸ਼ਣ ਸੁਣੇ, ਵਾਅਦੇ ਸੁਣੇ, ਜੋ ਜੋ ਕਿਹਾ 100% ਪੂਰਾ ਕੀਤਾ। ਅਸੀਂ ਤੁਹਾਨੂੰ ਕਿਹਾ ਸੀ ਵਰਲਡ ਕਲਾਸ ਸੜਕਾਂ ਬਣਾ ਕੇ ਦੇਵਾਂਗੇ, 4 ਲੇਨ ਤੇ 6 ਲੇਨ ਬਣਾ ਕੇ ਦੇਵਾਂਗੇ। ਬਣਾਏ ਕਿ ਨਹੀਂ? ਅੱਜ ਤੁਸੀਂ ਕੋਈ ਅੰਮ੍ਰਿਤਸਰ ਤੋਂ ਆਇਆ, ਕੋਈ ਮੋਗੇ ਤੋਂ ਆਇਆ, ਕੋਈ ਬਠਿੰਡੇ ਤੋਂ ਆਇਆ, ਕੋਈ ਮਾਨਸਾ ਤੋਂ ਆਇਆ, ਚੰਡੀਗੜ੍ਹ। ਸੜਕਾਂ ਦੇਖੋ ਕਿਹੋ ਜਿਹੀਆਂ ਬਣਾ ਦਿੱਤੀਆਂ। ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਬਿਜਲੀ ਆਮ ਕਰ ਦਾਂਗੇ। ਥਰਮਲ ਪਲਾਂਟ ਬਣਾਏ ਕਿ ਨਹੀਂ? ਬਿਜਲੀ ਆਮ ਕੀਤੀ ਕਿ ਨਹੀਂ? ਤੇ ਹੁਣ ਕੀ ਹੋ ਰਿਹਾ? ਕੈਪਟਨ ਜਿਹੜੀ ਬਿਜਲੀ ਆਪਾਂ ਆਮ ਕੀਤੀ ਉਹਦੇ ਤੇ ਮੁਨਾਫਾ ਕਮਾਉਣ ਲੱਗ ਗਿਆ। ਰੇਟ ਵਧਾ ਦਿੱਤੇ। ਐਕਟੀ ਬਿਜਲੀ ਬੋਰਡ ਨੂੰ 1100 ਕਰੋੜ ਦਾ ਮੁਨਾਫਾ ਹੋਊਗਾ। ਮਤਲਬ ਵੱਧ ਰੇਟ ਚਾਰਜ ਕਰਨੇ ਸ਼ੁਰੂ ਕਰ ਦਿੱਤੇ, ਪੈਸੇ ਕਮਾਉਣ ਲੱਗ ਗਏ। ਆ ਬਿਜਲੀ ਦੇ ਰੇਟ ਤੁਸੀਂ ਦੇਖਿਆ। ਅੱਜ ਮੈਂ ਪਿੰਡਾਂ 'ਚ ਗਿਆ, ਤੁਹਾਡੇ ਸ਼ਹਿਰਾਂ 'ਚ ਗਿਆ, 40-40 ਹਜ਼ਾਰ 50-50 ਹਜ਼ਾਰ ਦੇ ਬਿੱਲ ਬਿਜਲੀ ਦੇ ਘਰਾਂ ਦੇ ਆ ਰਹੇ ਆ। ਕੈਪਟਨ ਨੂੰ ਤਾਂ ਕੋਈ ਪ੍ਰਵਾਹ ਤੇ ਫਿਕਰ ਨਹੀਂ ਹੈ। ਅੱਜ ਤੁਸੀਂ ਪੰਜਾਬ 'ਚ ਕਿਤੇ ਵੀ ਚਲੇ ਜਾਓ, ਇੱਕ ਵੀ ਨਵੀਂ ਚੀਜ਼ ਨਹੀਂ ਬਣੀ। ਪੰਜਾਬ ਕੈਪਟਨ ਸਾਹਿਬ
ਅੱਜ ਤੁਹਾਨੂੰ ਸਵਾਲ ਪੁੱਛਣਾ ਹੈ, ਪੰਜਾਬ ਜਵਾਬ ਚਾਹੁੰਦਾ ਹੈ ਕਿ 4 ਸਾਲ ਹੋ ਗਏ, ਇੱਕ ਤੁਸੀਂ ਸੜਕ ਨਹੀਂ ਬਣਾਈ, ਇੱਕ ਤੁਸੀਂ ਸਕੂਲ ਨਹੀਂ ਬਣਾਇਆ, ਇੱਕ ਤੁਸੀਂ ਹਸਪਤਾਲ ਨਹੀਂ ਬਣਾਇਆ, ਇੱਕ ਕੋਈ 에ਅਰਪੋਰਟ ਨਹੀਂ ਬਣਾਇਆ, ਕੋਈ ਫੈਕਟਰੀ ਨਹੀਂ ਲਾਈ। ਬਣਾਉਣਾ ਕੀ ਸੀ? ਝੂਠੇ ਪਰਚੇ ਕੀਤੇ, ਨਸ਼ੇ ਵੇਚੇ, ਮਾਈਨਿੰਗ ਦਾ ਕੰਮ ਸ਼ੁਰੂ ਕੀਤਾ। ਕੈਪਟਨ ਨੇ ਖੁੱਲੀ ਛੁੱਟੀ ਦੇ ਦਿੱਤੀ ਹੈ, ਖੁੱਲੀ ਛੁੱਟੀ ਆਪਣੇ ਐਮਐਲਏ ਨੂੰ ਕਿ ਖੁੱਲਾ ਲੁੱਟੋ। ਅੱਜ ਜੋ ਹਾਲਾਤ ਪੰਜਾਬ ਦੀ ਹੈ, ਕਾਂਗਰਸੀ ਐਮਐਲਏ ਲੁੱਟਣ ਤੇ ਲੱਗੇ ਪਏ ਆ। ਇਹ ਜੇ ਝੂਠੇ ਪਰਚੇ ਦਿੱਤੇ ਹੈ, ਬੜਾ ਦੁੱਖ ਨਾਲ ਕਹਿਣਾ ਪੈਂਦਾ ਹੈ। ਮੇਰੇ ਕੋਲੇ 85 ਸਾਲ ਦੀ ਮਾਈ ਆਈ, ਮੈਨੂੰ ਕਹਿਣ ਲੱਗੀ ਮੇਰੇ ਤੇ 307 ਦਾ ਪਰਚਾ ਦੇਤਾ। ਇੱਕ ਅਬੋਰ ਗਿਆ ਜਾਖੜ ਦੇ ਹਲਕੇ 'ਚ, ਇੱਕ ਹੈਂਡੀਕੈਪਡ ਸਾਈਕਲ ਤੇ ਆਇਆ, ਕਹਿੰਦਾ ਮੇਰੇ ਤੇ 307 ਦਾ ਪਰਚਾ ਦੇਤਾ ਕਿਉਂਕਿ ਮੈਂ ਜਾਖੜ ਦੇ ਖਿਲਾਫ ਬਿਆਨ ਦਿੱਤਾ। ਆ ਹਾਲਾਤ ਆ ਸੋਚਦੇ ਆ ਕਿ ਡਰਾ ਕੇ ਧਮਕਾ ਕੇ ਅਸੀਂ ਲੋਕਾਂ ਦਾ ਦਿਲ ਜਿੱਤਾਂਗੇ, ਨਹੀਂ ਜਿੱਤ ਸਕਦੇ। ਆ ਇਲੈਕਸ਼ਨ ਜਿਹੜੇ ਹੋਏ ਆ, ਇਲੈਕਸ਼ਨ ਸੀ, ਸਾਰਿਆਂ ਦੇ ਡਰਾ ਕੇ ਧਮਕਾ ਕੇ ਇਹਨਾਂ ਨੇ ਪੁਲਿਸ ਨੂੰ ਵਰਤਿਆ। ਤੇ ਜਿਹੜਾ ਅੱਜ ਮੈਂ ਸਾਰਿਆਂ ਨੂੰ ਆਈ ਬੇਨਤੀ ਕਰਨ ਆਇਆ, ਦੇਖੋ ਅੱਜ ਜੰਗ ਸ਼ੁਰੂ ਹੋ ਗਈ ਹੈ। ਆ ਸਾਲ ਨਾ ਮੈਂ ਸੋਣਾ ਤੇ ਨਾ ਤੁਸੀਂ ਸੋਣਾ। ਸਿੱਧੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਤੇ ਮੈਨੂੰ ਮਾਣ ਹੈ, ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਵੀ ਮਾਣ ਹੈ, ਲੀਡਰਸ਼ਿਪ ਤੇ ਵੀ ਮਾਣ ਹੈ, ਤੇ ਮੈਨੂੰ ਇੰਨਾ ਮਾਣ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਮਨ ਬਣਾ ਲੇ, ਤੁਹਾਨੂੰ ਕੋਈ ਹਰਾ ਨਹੀਂ ਸਕਦਾ। ਦੇਖੋ, ਪੰਜਾਬ ਨੂੰ ਬਚਾਉਣ ਵਾਸਤੇ ਹੁਣ ਆਪਾਂ ਨੂੰ ਘਰੋਂ ਨਿਕਲਣਾ ਪੈਣਾ, ਘਰੋਂ ਨਿਕਲਣਾ ਪੈਣਾ। ਅੱਜ ਜਿਵੇਂ ਅੱਜ ਅਸੈਂਬਲੀ ਦਾ ਕਰਾਓ ਹੈ, 8 ਤਰੀਕ ਨੂੰ ਹਰ ਅਸੈਂਬਲੀ ਹਲਕੇ ਵਿੱਚ ਤੇਲ ਦੀਆਂ ਕੀਮਤਾਂ ਦੇ ਖਿਲਾਫ, ਬਿਜਲੀ ਦੇ ਰੇਟਾਂ ਦੇ ਖਿਲਾਫ, ਕੈਪਟਨ ਦੇ ਝੂਠੇ ਵਾਅਦੇ ਪੂਰੇ ਕਰਨ ਦੇ ਨਾ ਕੀਤੇ ਖਿਲਾਫ ਹਰ ਅਸੈਂਬਲੀ ਹਲਕੇ 'ਚ 8 ਤਰੀਕ ਨੂੰ ਧਰਨਾ ਦਿੱਤਾ ਜਾਊਗਾ। 12 ਤਰੀਕ ਤੋਂ ਬਾਅਦ 12 ਤਰੀਕ ਤੋਂ ਬਾਅਦ 117 ਦਿਨ ਹੈ, 117 ਹਲਕੇ ਹੈ। 117 ਹਲਕਿਆਂ 'ਚ ਮੈਂ ਆਪ ਪੰਜਾਬ ਮੰਗਦਾ ਜਵਾਬ ਪ੍ਰੋਗਰਾਮ ਰਾਹੀਂ ਮੈਂ 117 ਹਲਕੇ 'ਚ ਆਪ ਜਾਊਂਗਾ, ਜਿਹੜਾ 12 ਤਰੀਕ ਤੋਂ ਬਾਅਦ ਸ਼ੁਰੂ ਹੋ ਜਾਊਗਾ। ਮੈਂ ਅੱਜ ਆ ਵੀ ਮੰਗ ਕਰਦਾ, ਦੇਖੋ ਕਿੰਨੀ ਬੇਇਨਸਾਫੀ ਕਾਂਗਰਸ ਕਰ ਰਹੀ ਹੈ। ਆ ਸਾਹਮਣੇ ਮੇਰਾ ਵੀਰ ਖੜਾ ਹੈ, ਇਹਦੇ ਹੱਥ 'ਚ ਕਾਗਜ਼ ਹੈ। ਕੀ ਕਾਗਜ਼ ਹੈ? ਕਾਂਗਰਸ ਦੇ ਐਮਐਲਏ ਰਾਜਾ ਵੜਿੰਗ ਨੇ ਤੇ ਉਹਦੇ ਸਾਲੇ ਨੇ ਇੱਕ ਪਰਿਵਾਰ ਖਤਮ ਕਰ ਦਿੱਤਾ। ਇੱਕ ਪੈਸੇ ਦੀ ਲਾਲਚ ਕਰਕੇ ਇੱਕ ਪਰਿਵਾਰ ਦਾ, ਪੂਰੇ ਪਰਿਵਾਰ ਨੂੰ ਆਤਮ ਹੱਤਿਆ ਕਰਨ ਨੂੰ ਮਜਬੂਰ ਕਰ ਦਿੱਤਾ। ਵਿਚਾਰਾ ਬਾਜ਼ਾਰ ਦਾ ਮੁਖੀ, ਉਹਦੀ ਇੱਕ ਧਰਮ ਪਤਨੀ ਤੇ 2 ਬੱਚਿਆਂ ਨੂੰ ਮਾਰ ਦਿੱਤਾ। ਤੁਸੀਂ ਹੈਰਾਨ ਰਹਿ ਜਾਓਗੇ, ਕੇਸ ਵੀ ਮਸਾ ਰਜਿਸਟਰ ਕੀਤਾ, ਅੱਜ ਤੱਕ ਰਾਜਾ ਵੜਿੰਗ ਤੇ ਉਹਦੇ ਸਾਲੇ ਨੂੰ ਨਹੀਂ ਫੜਿਆ। ਬਿਆਨ ਦਿੱਤਾ, ਮਰਨ ਤੋਂ ਪਹਿਲੇ ਬਿਆਨ ਦਿੱਤਾ। ਜਿਹੜੀ ਇਨਸਾਨ ਜਿਹੜਾ ਆਪਣੇ ਆਪ ਨੂੰ ਆਤਮਾ ਕੀਤੀ, ਉਹਦੀ ਧਰਮ ਪਤਨੀ ਨੇ ਵੀ ਗੋਲੀ ਵੱਜੀ, ਉਹਨੇ ਹਸਪਤਾਲ ਤੋਂ ਵੀ ਬਿਆਨ ਦਿੱਤਾ ਕਿ ਰਾਜਾ ਵੜਿੰਗ ਨੇ ਸਾਨੂੰ ਮਜਬੂਰ ਕੀਤਾ ਕਿਉਂਕਿ ਕਰੋੜਾਂ ਰੁਪਏ ਸਾਥੋਂ ਖਾ ਗਿਆ। ਤੇ ਹਾਲੇ ਤੱਕ ਕੋਈ ਇਨਸਾਫ ਨਹੀਂ। ਇਹ ਜੀਆਂ ਕਹਾਣੀਆਂ ਪੂਰੇ ਪੰਜਾਬ 'ਚ ਹੈ।
ਇਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹਣਾ ਸਾਰਿਆਂ ਨੂੰ, ਆਓ ਜੰਗ ਸ਼ੁਰੂ ਹੋ ਗਈ ਹੈ, ਹੁਰ ਨਹੀਂ ਟਿਕਣਾ ਆਪਾਂ ਕਿਸੇ ਨੇ ਕਰੇ। ਆਪਾਂ ਸਰਕਾਰ ਬਣਾਉਣੀ ਹੈ, ਗਰੀਬ ਕਿਸਾਨ ਮਜ਼ਦੂਰ ਵਪਾਰੀ ਪੰਜਾਬ ਦੀ ਸਰਕਾਰ ਬਣਾਉਣੀ ਹੈ। ਤੇ ਮੈਂ ਸਰਕਾਰ ਬਣਾ ਕੇ ਮੈਂ ਤੁਹਾਨੂੰ ਇੰਨੀਆਂ ਗੱਲਾਂ, ਦੋ ਤਿੰਨ ਗੱਲਾਂ ਤਾਂ ਆਪਾਂ ਹੁਣੀ ਕਹਿਣਾ ਚਾਹਣਾ ਹੈ। ਇੱਕ ਗੱਲ ਮੈਂ ਐਲਾਨ ਕਰਦਾ, ਜਦੋਂ ਆਪਣੀ ਸਰਕਾਰ ਬਣ ਗਈ ਆ ਤਿੰਨੇ ਕਾਨੂੰਨ ਪੰਜਾਬ 'ਚ ਨਹੀਂ ਲਾਗੂ ਹੋ ਸਕਦੇ, ਉਹ ਗਰੰਟੀ ਦਿੰਦਾ। ਦੂਜੀ ਗੱਲ, ਬਾਕੀ ਕਈ ਵੱਡੀਆਂ ਗੱਲਾਂ ਤਾਂ ਕਰਾਂਗੇ, ਮੈਂ ਕਈ ਵੱਡੀਆਂ ਗੱਲਾਂ ਕਰਾਂਗੇ। ਦੂਜੀ ਗੱਲ ਮੈਂ ਕਹਿਣਾ ਚਾਹਣਾ, ਤੁਹਾਡੇ ਘਰ ਦੇ ਬਿੱਲ ਬਿਜਲੀ ਦੇ ਅੱਧੇ ਕਰ ਦੂੰਗਾ, ਮੈਂ ਤੁਹਾਨੂੰ ਗਾਰੰਟੀ ਦਿੰਦਾ। ਤੀਜੀ ਗੱਲ, ਕਣਕ ਤੇ ਝੋਨੇ ਦੀ ਤਾਂ MSP ਆਪਾਂ ਸੈਂਟਰ ਤੋਂ ਰੱਖਣੀ ਹੈ, ਲੈਣੀ ਹੈ। ਪਰ ਮੈਂ ਤੁਹਾਨੂੰ ਵਾਅਦਾ ਕਰਦਾ, ਜਿੰਨੀਆਂ ਸਬਜ਼ੀਆਂ ਬੀਜਦੇ ਹੋ ਤੁਸੀਂ, ਜਿੰਨੇ ਫਰੂਟ ਬੀਜਦੇ ਹੋ, ਸਾਰਿਆਂ ਨੂੰ ਆਉਣ ਵਾਲੀ ਸਰਕਾਰ ਆਪਣੀ MSP ਤੇ ਦਊਗੀ। ਤੇ ਚੌਥੀ ਗੱਲ, ਜਿਹੜੇ ਆਪਣੇ ਪਿੰਡਾਂ 'ਚ ਕੱਚੀਆਂ ਗਲੀਆਂ ਦੇਖਦੇ ਹੋ, ਆਪਣੀ ਆਉਣ ਵਾਲੀ ਸਰਕਾਰ ਵਿੱਚ 12,000 ਪਿੰਡ ਹੈ, 12,000 ਪਿੰਡਾਂ ਵਿੱਚ ਸੀਮੈਂਟ ਦੀਆਂ ਗਲੀਆਂ, ਨਾਲੀਆਂ, ਪੀਣ ਵਾਲਾ ਪਾਣੀ ਦਾ ਪ੍ਰਬੰਧ ਹੋਊਗਾ ਜਿਵੇਂ ਸ਼ਹਿਰਾਂ 'ਚ ਹੈ। ਪੰਜਾਬ ਨੂੰ ਇੱਕ ਨਵਾਂ ਪੰਜਾਬ ਬਣਾ ਕੇ ਦਿਖਾਵਾਂਗੇ। ਐ ਤੁਸੀਂ ਜਾਣਦੇ ਹੋ, ਨਾਲੇ ਤੁਸੀਂ ਜਾਣਦੇ ਹੋ ਕਿ ਜੋ ਵੀ ਅੱਜ ਤੱਕ ਵਾਅਦਾ ਕੀਤਾ ਪੂਰਾ ਕੀਤਾ ਹੈ। ਜਿਹੜੇ ਮੁਲਾਜ਼ਮ ਵੀਰ ਜਿਨ੍ਹਾਂ ਨੂੰ ਪਿਛਲੇ 4 ਸਾਲ DA ਨਹੀਂ ਦਿੱਤਾ, ਜੇ ਕੈਪਟਨ ਦੀ ਸਰਕਾਰ ਨਹੀਂ ਦਊਗੀ, ਆਉਣ ਸਾਲ ਪਹਿਲੇ ਸਾਲ ਅਸੀਂ DA ਦੇਵਾਂਗੇ। ਜੇ ਪੇ ਕਮਿਸ਼ਨ ਜਿਹੜਾ 4 ਸਾਲ ਕੈਪਟਨ ਨੇ ਨਹੀਂ ਲਾਗੂ ਕੀਤਾ, ਆਪਣੀ ਸਰਕਾਰ ਆਉਣ ਤੇ ਅਸੀਂ ਪੇ ਕਮਿਸ਼ਨ ਲਾਗੂ ਕਰਾਂਗੇ। ਨਾਲੇ ਜਿਹੜਾ ਟੈਕਸ ਨੂੰ ਸਟਰਕਚਰ ਹੈ, ਇੰਨਾ ਸੌਖਾ ਕਰ ਦਾਂਗੇ ਕਿ ਵਪਾਰੀ ਨੂੰ ਕੋਈ ਸਰਕਾਰੀ ਦਫ਼ਤਰਾਂ 'ਚ ਆਉਣ ਦੀ ਲੋੜ ਨਾ ਪਏ। ਇਸ ਕਰਕੇ ਮੈਂ ਪੰਜਾਬੀਆਂ ਨੂੰ ਆਈ ਬੇਨਤੀ ਕਰਨਾ ਚਾਹੁੰਦਾ, ਆਓ ਆਪਣੀ ਸਰਕਾਰ ਬਣਾਈਏ, ਪੰਜਾਬੀਆਂ ਦੀ ਸਰਕਾਰ ਬਣਾਈਏ। ਇੱਕ ਗੱਲ ਮੈਂ ਜਿਹੜੀ ਬਹੁਤ ਜ਼ਰੂਰੀ ਭੁੱਲ ਗਿਆ ਕਹਿਣਾ ਤੇ ਯਾਦ ਕਰਾਈ ਹੈ। ਦੇਖੋ, ਸਭ ਤੋਂ ਵੱਡਾ ਪਾਪ ਕੀਤਾ ਕੈਪਟਨ ਨੇ, ਬਾਦਲ ਸਾਹਿਬ SC ਬੱਚਿਆਂ ਨੂੰ ਮੁਫਤ ਸਕਾਲਰਸ਼ਿਪ ਦਿੰਦੇ ਸੀ। ਤਕਰੀਬਨ 4 ਲੱਖ ਬੱਚਿਆਂ ਨੂੰ ਅਸੀਂ ਮੁਫਤ ਪੜਾਉਂਦੇ ਸੀ ਹਰ ਸਾਲ। ਬੜੇ ਦੁੱਖ ਨਾਲ ਕਹਿਣਾ ਪੜਾ, 4 ਸਾਲ ਹੋ ਗਏ ਕੈਪਟਨ ਨੇ ਸਕਾਲਰਸ਼ਿਪ ਬੰਦ ਕਰਤੀ। ਸਾਧੂ ਸਿੰਘ ਧਰਮਸੋਂ ਵਰਗਿਆਂ ਨੇ ਪੈਸਾ ਖਾ ਗਏ। 4 ਲੱਖ ਬੱਚੇ ਜਿਹੜੇ ਹਰ ਸਾਲ ਪੜ੍ਹਦੇ ਸੀ, ਉਹ ਵਿਚਾਰੇ ਕਾਲਜ ਪੜ੍ਹ ਨਹੀਂ ਸਕੇ। ਦੇਖੋ, ਗਰੀਬ ਬੱਚਿਆਂ ਦੀ ਨੌਕਰੀ ਕੱਢਦੀ, ਆ ਪੜ੍ਹਾਈ ਬੰਦ ਕਰਦੀ। ਇਸ ਕਰਕੇ ਮੈਂ ਇੰਨਾ ਕਹਿਣਾ, ਜਦੋਂ ਸਾਡੀ ਸਰਕਾਰ ਆਈ, ਹਰ SC ਨੂੰ ਮੁਫਤ ਪੜ੍ਹਾਈ ਹੋਊਗੀ ਤੇ BC ਨੂੰ ਵੀ, SC BC ਦੋਨਾਂ ਨੂੰ ਮੁਫਤ ਪੜ੍ਹਾਈ ਦਿੱਤੀ ਜਾਊਗੀ, ਸਕਾਲਰਸ਼ਿਪ ਦਿੱਤੀ ਜਾਊਗੀ ਜਿਵੇਂ ਅਸੀਂ ਪਹਿਲੇ ਦਿੰਦੇ ਸੀ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ, ਕਾਫੀ ਦੇਰ ਤੇ ਬੈਠੇ ਆ। ਇਹਦੇ ਬਾਅਦ ਆਪਾਂ ਅਸੈਂਬਲੀ ਦੇ ਘਰਾਓ ਜਾਣਾ, ਆਓ ਇਕੱਠੇ ਹੋਈਏ। ਤੇ ਅੱਜ ਜੰਗ ਦਾ ਐਲਾਨ ਹੋ ਗਿਆ, ਜਿੱਤ ਕੇ ਹੀ ਘਰੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਪ੍ਰਧਾਨ ਸਾਹਿਬ ਇੱਥੋਂ ਗੱਡੀ ਦੀ ਵਿੱਚ ਸਵਾਰ ਹੋ ਕੇ ਅੱਗੇ ਅਗਵਾਈ ਕਰਨਗੇ। ਕਿਸੇ ਨੇ ਧੱਕਾ ਨਹੀਂ ਮਾਰਨਾ। ਜਿੱਥੇ ਕਿਤੇ ਚੰਡੀਗੜ੍ਹ ਪੁਲਿਸ ਆਪਾਂ ਨੂੰ ਰੋਕੇਗੀ, ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਰੁਕਣਾ। ਕਿਸੇ ਨੇ ਵੀ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਭੜਕਾਹਟ ਪੈਦਾ ਹੋਵੇ। ਪ੍ਰਸ਼ਾਸਨ ਦੀ ਡਿਊਟੀ ਹੈ, ਆਪਾਂ ਸ਼ਾਂਤਮਈ ਤਰੀਕੇ ਨਾਲ ਜਾਣਾ। ਜਿੱਥੇ ਕਿਤੇ ਆਪਾਂ ਨੂੰ ਰੋਕਿਆ ਜਾਏਗਾ, ਉੱਥੇ ਆਰਾਮ ਦੇ ਨਾਲ ਆਪਾਂ ਕਰਨਾ। ਲੀਡਰਸ਼ਿਪ ਗੱਲ ਕਰੇਗੀ, ਜਾਂ ਸਾਨੂੰ ਗ੍ਰਿਫਤਾਰ ਕਰੋ